देश दुनिया च वसते पंजाबियों को जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट सरदार जगतार सिंह जी और सरदार हमीर सिंह जी। मैं जी आया। थैंक यू, शुक्रिया जी। स्थितियां तेजी नाल बदल रही ने। ਅਸੀਂ दो मुद्दे लवांगे ਜਿਹੜੇ बहुत अहम ने और ਸਾਡੇ ਤੁਹਾਡੇ ਨਾਲ ਸਿੱਧੇ ਜੁੜੇ ਹੋਏ ਆ। ਇੱਕ ਭਾਰਤ ਕੈਨੇਡਾ ਰਿਸ਼ਤਿਆਂ ਦੇ ਵਿੱਚ ਨਵਾਂ ਕੀ, ਇਹਦੀ ਅਪਡੇਟ ਤਾਜ਼ਾ ਕੀ ਹੈ। ਹੁਣ ਸਵੇਰ ਹੋ ਚੁੱਕੀ ਹੈ ਕੈਨੇਡਾ ਅਮਰੀਕਾ ਔਰ ਉਸ ਖਿੱਤੇ ਦੇ ਵਿੱਚ ਅੱਜ ਉਹਨਾਂ ਦੀਆਂ ਅਖਬਾਰਾਂ ਕੀ ਕਹਿ ਰਹੀਆਂ ਔਰ ਕੋਈ ਜਿਹੜੀ ਲੀਡ ਨਵੀਂ ਹੈ ਉਹਦੇ ਨਾਲ ਤੁਹਾਡੀ ਸਾਂਝ ਪਵਾਉਂਦੇ ਆ। ਔਰ ਦੂਜਾ ਮਾਮਲਾ ਪੰਜਾਬ ਦੇ ਵਿੱਚ ਗਹਿਗੱਚ ਯੁੱਧ ਛਿੜਿਆ ਹੋਇਆ ਕਰਜ਼ੇ ਨੂੰ ਲੈ ਕੇ। ਕੱਲ ਸਰਕਾਰ ਵੱਲੋਂ ਹਰਪਾਲ ਸਿੰਘ ਚੀਮਾ ਜਿਹੜੇ ਫਾਈਨਾਂਸ ਮਿਨਿਸਟਰ ਨੇ ਔਰ ਜ਼ਿੰਮੇਵਾਰ ਵੀ ਨੇ ਇਹਨਾਂ ਮਾਮਲਿਆਂ ਦੇ, ਉਹਨਾਂ ਨੇ ਬੜਾ ਕਲੀਅਰ ਜਿਹਾ ਬਿਆਨ ਦਿੱਤਾ ਹੈ। ਪਹਿਲੀ ਵਾਰੀ ਹੈ ਕਿ ਕਿਸੇ ਮੰਤਰੀ ਨੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਆਣ ਕੇ ਅੱਗੇ ਆ ਕੇ ਗੱਲ ਕਹੀ ਹੈ। ਆਮ ਤੌਰ ਤੇ ਚੁੱਪ ਵੱਟ ਲਈ ਜਾਂਦੀ ਹੈ ਜਾਂ ਇਹ ਅਧਿਕਾਰਤ ਹੁੰਦੇ ਆ ਮੁੱਖ ਮੰਤਰੀ ਬਹੁਤੀ ਵਾਰੀ। ਹਰਪਾਲ ਚੀਮਾ ਤੋਂ ਬਾਅਦ ਇਹ ਬਹਿਸ ਜਿਹੜੀ ਵੱਡੀ ਹੋ ਰਹੀ ਹੈ, ਅੱਜ ਨਵਜੋਤ ਸਿੰਘ ਸਿੱਧੂ ਇਹਦੇ ਚ ਕੁੱਦ ਪਏ ਨੇ, ਵਿਰੋਧੀ ਧਿਰ ਦੇ ਕਾਫੀ ਆਗੂ ਇਹਦੇ ਵਿੱਚ ਪਏ ਹੋਏ ਨੇ ਔਰ ਬਹੁਤ ਸਾਰੇ ਇਸ ਖੇਤਰ ਦੇ ਜਾਣਕਾਰ ਵੀ ਆਪਣੀ ਆਪਣੀ ਰਾਏ ਦੇ ਰਹੇ ਆ ਕਿ ਪਿਛਲੀਆਂ ਕਈ ਸਰਕਾਰਾਂ ਤੋਂ ਜਿਸ ਤਰੀਕੇ ਨਾਲ ਪੰਜਾਬ ਦਾ ਕਰਜ਼ ਵਧਿਆ ਔਰ ਜਿਹੜਾ ਬੇਮਾਨੇ ਜਗ੍ਹਾ ਤੇ ਲੱਗਿਆ ਔਰ ਉਹਦੀ ਸਹੀ ਵਰਤੋਂ ਨਹੀਂ ਹੋਈ, ਇਹਦੇ ਵਿੱਚ ਬਿਊਰੋਕ੍ਰੇਸੀ, ਪੋਲੀਟੀਸ਼ੀਅਨ ਔਰ ਇਹ ਜਿਹੜੇ ਨੈਕਸਸ ਨੇ ਜਿਹੜੇ ਸਟੇਟ ਨੂੰ ਕਿਸੇ ਵੀ ਤਰੀਕੇ ਨਾਲ ਅੱਗੇ ਵਧਾਉਣ ਦੀ ਥਾਂ ਕਰਜ਼ਿਆਂ ਦੇ ਇੱਕ ਵੱਡੇ ਮਕੜ ਜਾਲ 'ਚ ਧੱਕ ਰਹੇ ਆ। ਇਹ ਸਾਰਾ ਮਾਮਲਾ ਲੈਂਦੇ ਆ। ਮੈਂ ਸਭ ਤੋਂ ਪਹਿਲਾਂ ਜਾਊਂਗਾ ਸਰਦਾਰ ਜਗਤਾਰ ਸਿੰਘ ਜੀ ਕੋਲ। ਸਰਦਾਰ ਸਾਹਿਬ, ਮੈਨੂੰ ਇਹ ਜ਼ਰੂਰ ਸਮਝਾਇਓ ਕਿ ਜਿਹੜੀ ਅੱਜ ਦੀ ਤਾਜ਼ਾ ਸਥਿਤੀ ਹੈ, ਕਿਉਂਕਿ ਇਸ ਵੇਲੇ ਪੂਰੇ ਵਿਸ਼ਵ ਦੀ ਨਜ਼ਰ ਭਾਰਤ ਕੈਨੇਡਾ ਰਿਸ਼ਤਿਆਂ ਦੇ ਨਜ਼ਰੀਏ ਤੋਂ ਮੈਨੂੰ ਲੱਗਦਾ ਦੁਨੀਆ ਪੂਰੇ ਦੇ ਰਿਸ਼ਤੇ ਵੀ ਪ੍ਰਭਾਸ਼ਿਤ ਹੋ ਰਿਹਾ ਇੱਕ ਤਰ੍ਹਾਂ ਨਾਲ। ਇਸ ਖਿੱਤੇ ਦੀ ਰਾਜਨੀਤੀ ਨਹੀਂ, ਪੂਰੇ ਦੁਨੀਆ ਦੀ ਰਾਜਨੀਤੀ ਜਿਹਦੇ ਵਿੱਚ ਰੂਸ ਤੋਂ ਲੈ ਕੇ ਯੂਕਰੇਨ ਦਾ ਜਿਹੜਾ ਯੁੱਧ ਹੈ, ਉਸ ਤੋਂ ਬਾਅਦ ਭਾਰਤ ਚੀਨ ਰਿਸ਼ਤੇ, ਭਾਰਤ ਰਸ਼ੀਆ ਦਾ ਆਪਸ ਵਿੱਚ, ਭਾਰਤ ਅਮਰੀਕਾ ਦੇ, ਉਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਚ ਇੱਕ ਬਹਾਨਾ ਬਣ ਰਿਹਾ ਇਹ ਮਾਮਲਾ ਔਰ ਇਹਦੇ ਵਿੱਚੋਂ ਬਹੁਤ ਕੁਝ ਪ੍ਰਭਾਵਿਤ ਹੋਣ ਵਾਲਾ ਤੇ ਪ੍ਰਭਾਸ਼ਿਤ ਹੋਣ ਵਾਲਾ ਨਵੇਂ ਸਿਰਿਓਂ। ਸੋ ਅੱਜ ਨਵਾਂ ਕੀ ਹੈ, ਤੁਸੀਂ ਬੜੀ ਬਰੀਕ ਸੋਚ ਰੱਖਦੇ ਹੋ। ਬੜਾ ਦਿਲਚਸਪ ਮਾਮਲਾ ਹੈ ਕਿ ਜਿਸ ਦਿਨ ਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕ੍ਰੈਡੀਬਲ ਐਲੀਗੇਸ਼ਨ ਵਾਲਾ ਬਿਆਨ ਦਿੱਤਾ ਹੈ ਕਿ ਇੰਡੀਆ ਦੀਆਂ ਏਜੰਸੀਆਂ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਵਿੱਚ ਸ਼ਾਮਲ ਹੈਗੀਆਂ, ਉਸ ਦਿਨ ਤੋਂ ਜਿਹੜਾ ਵੈਸਟਰਨ ਮੀਡੀਆ ਹੈ ਉਹ ਲਗਾਤਾਰ ਇੱਕ ਦਿਨ ਇੱਕ ਵੱਡੀ ਖਬਰ ਰਿਵੀਲ ਕਰ ਰਿਹਾ, ਨਵੀਂ ਇਨਫੋਰਮੇਸ਼ਨ। ਇਸ ਤੋਂ ਪਹਿਲਾਂ ਇਨਫੋਰਮੇਸ਼ਨ ਆਈ ਸੀਗੀ, ਫਾਈਨੈਂਸ਼ੀਅਲ ਟਾਈਮ ਨੇ ਤਾਂ ਸਿਰੇ ਲਾਤਾ ਸੀਗਾ ਤੇ ਉਹਨਾਂ ਨੇ ਕਿਹਾ ਸੀ ਕਿ ਇਹ ਸਿਰਫ ਇਸ਼ੂ ਜਸਟਿਨ ਟਰੂਡੋ ਦੇ ਟੇਕਅਪ ਕਰਨ ਦਾ ਨਹੀਂ, ਸਗੋਂ ਇਹ ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਜਦੋਂ ਉਹ G20 ਦੇ ਮੌਕੇ ਤੇ ਦਿੱਲੀ ਆਏ ਹੈ, ਉਹਨਾਂ ਨੇ ਨਰਿੰਦਰ ਮੋਦੀ ਹੋਰਾਂ ਨਾਲ ਟੇਕਅਪ ਕੀਤਾ ਸੀਗਾ। ਉਸ ਤੋਂ ਬਾਅਦ ਖਬਰ ਆਉਂਦੀ ਹੈ ਕਿ ਕੈਨੇਡਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਉਹ 2 ਵਾਰ ਹਿੰਦੁਸਤਾਨ ਆਏ ਸੀ ਇਸੇ ਮਸਲੇ ਨੂੰ ਲੈ ਕੇ। ਹੁਣ ਕੱਲ ਵੀ ਖਬਰ ਛਪੀ ਸੀ ਕਿ ਇਹ ਕਈ ਹਫ਼ਤੇ ਤੋਂ ਹਿੰਦੁਸਤਾਨ ਤੇ ਕੈਨੇਡਾ ਦੇ ਵਿੱਚ ਇਹ ਮਸਲਾ ਚੱਲ ਰਿਹਾ ਸੀ। ਸੋ ਇਹ ਨਾ ਤਾਂ ਹਿੰਦੁਸਤਾਨ ਵਾਸਤੇ ਕੋਈ ਇੱਕਦਮ ਕੋਈ ਰੈਵੂਲੇਸ਼ਨ ਸੀਗੀ, ਸਾਨੂੰ ਆਮ ਲੋਕਾਂ ਨੂੰ ਇਹ ਸਡਨਲੀ ਲੱਗਿਆ ਜਦੋਂ ਜਸਟਿਨ ਟਰੂਡੋ ਨੇ ਆਪਣਾ ਬਿਆਨ ਦਿੱਤਾ। ਤੇ ਅੱਜ ਫਿਰ ਇੱਕ ਹੋਰ ਇੰਟਰਸਟਿੰਗ ਖਬਰ ਨਿਊਯਾਰਕ ਟਾਈਮ ਨੇ ਕੱਢੀ ਹੈ। ਉਹ ਕਹਿੰਦੇ ਵੀ ਇਸ ਮਸਲੇ ਤੇ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਜਿਹੜੀ ਪਹਿਲੀ ਇਨਫੋਰਮੇਸ਼ਨ ਹੈ ਇਹਦੇ ਕਤਲ ਤੇ, ਉਹ ਅਮਰੀਕਨ ਏਜੰਸੀਜ਼ ਨੇ ਕੈਨੇਡਾ ਨੂੰ ਦਿੱਤੀ ਹੈ ਤੇ ਕੈਨੇਡਾ ਨੇ ਉਹਨੂੰ ਫਾਲੋ ਕਰਕੇ ਉਹਦੀ ਐਵੀਡੈਂਸ ਅੱਗੇ ਪ੍ਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਿ ਗੱਲ ਵਧੀ ਹੈ। ਜਿਹੜੀ ਕੈਨੇਡਾ ਦੀ ਪ੍ਰੋਗਰੈਸ ਹੈ ਉਹਦੀ ਜੜ ਦੇ ਵਿੱਚ ਜਿਹੜੀ ਅਮਰੀਕਾ ਦੀ ਇਨਫੋਰਮੇਸ਼ਨ ਹੈ ਉਹ ਹੈ। ਸੋ ਇਹ ਨਾਲ ਸਾਰਾ ਨੈਰੇਟਿਵ ਵੀ ਚੇਂਜ ਹੋ ਜਾਂਦਾ ਹੈ ਵੀ ਜੜ ਦੇ ਵਿੱਚ ਤਾਂ ਅਮਰੀਕਾ ਬੈਠਾ ਹੈ, ਕੈਨੇਡਾ ਤਾਂ ਉਹਨੂੰ ਫਾਲੋ ਕਰ ਰਿਹਾ ਸੀ ਇਨਫੋਰਮੇਸ਼ਨ ਨੂੰ, ਉਹਦੇ ਬੇਸਿਸ ਤੇ ਉਹਨਾਂ ਨੇ ਅੱਗੇ ਐਵੀਡੈਂਸ ਦਿੱਤੀ ਹੈ। ਹੁਣ ਜਦੋਂ ਅਮਰੀਕਾ ਜੜ ਦੇ ਵਿੱਚ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਇਸ਼ੂ ਬਹੁਤ ਵੱਡਾ ਹੈ। ਉਹਨਾਂ ਨੂੰ ਵੀ ਪਤਾ ਹੈ ਕਿ ਹਿੰਦੁਸਤਾਨ ਦੀ ਜੀਓ ਪੋਲਿਟਿਕਸ ਦੇ ਵਿੱਚ ਉਹਨਾਂ ਨੂੰ ਬਹੁਤ ਲੋੜ ਹੈ। ਸਾਊਥ ਚਾਈਨਾ ਸੀ ਦੇ ਵਿੱਚ ਜਿਹੜੀ ਸਿਆਸਤ ਚੱਲ ਰਹੀ ਹੈ, ਜਿਸ ਢੰਗ ਦੇ ਨਾਲ ਆਪਣੇ ਚੀਨ ਵਾਲੇ ਸਾਊਥ ਚਾਈਨਾ ਸੀ ਤੇ ਜਿਹੜੀ ਸੀ ਲੇਨ ਹੈ ਉਹਨੂੰ ਕੰਟਰੋਲ ਕਰ ਰਹੇ ਹੈ। ਦੁਨੀਆ ਦਾ 1/3 ਜਿਹੜਾ ਵਪਾਰ ਹੈ ਥਰੂ ਸ਼ਿਪਸ, ਜਿਹੜੀ ਸ਼ਿਪਿੰਗ ਲੇਨ ਤੇ, ਉਹਦਾ 1/3 ਥਰੂ ਸਾਊਥ ਚਾਈਨਾ ਸੀ ਹੈ। ਇਹਦੀ ਇੰਪੋਰਟੈਂਸ ਇੰਨੀ ਜ਼ਿਆਦਾ ਹੈ ਇਸ ਕਿਤੇ ਦੀ।
ਉਹਦੇ ਵਿੱਚ ਜਿਹੜਾ ਕੁਐਡ ਬਣਿਆ ਸੀਗਾ ਤੇ ਹਿੰਦੁਸਤਾਨ ਉਹਦਾ ਪਾਰਟ ਹੈ, ਉਹਦੇ ਵਾਸਤੇ ਅਮਰੀਕਾ ਨੂੰ ਬਹੁਤ ਲੋੜ ਹੈ। ਹੁਣ ਦੇਖਣਾ ਕਿ ਅਮਰੀਕਾ ਸਾਰੀ ਗੱਲ ਨੂੰ ਬੈਲੈਂਸ ਕਿਵੇਂ ਕਰਦਾ, ਕਿਉਂਕਿ ਅਮਰੀਕਾ ਨੇ ਇਹ ਗੱਲ ਕਹਿਤੀ ਕਿ ਅਸੀਂ ਇਸ ਇਸ਼ੂ ਤੇ ਕੰਪਰੋਮਾਈਜ਼ ਨਹੀਂ ਕਰਨਾ। ਜਿਹੜਾ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਜੇ ਕਤਲ ਪ੍ਰੂਵ ਹੋ ਜਾਂਦਾ ਹੈ ਕਿ ਹਿੰਦੁਸਤਾਨੀ ਏਜੰਸੀਆਂ ਦਾ ਉਹਦੇ ਹੱਥ ਸੀ ਤੇ ਇਸ਼ੂ ਬਹੁਤ ਵੱਡਾ ਬਣ ਜਾਂਦਾ ਹੈ। ਇਹਦਾ ਮਤਲਬ ਇਹ ਹੈ ਕਿ ਇਹਦੇ ਪਿੱਛੇ ਸਿਰਫ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਗੱਲ ਨਹੀਂ, ਇਹਦੇ ਪਿੱਛੇ ਕੁਝ ਹੋਰ ਬਹੁਤ ਕੁਝ ਵਾਪਰਿਆ ਹੈ। ਕਿ ਇਹਦੇ ਪਿੱਛੇ ਜਿਹੜਾ G20 ਦੇ ਵਿੱਚ ਟੋਨ ਡਾਊਨ ਰੈਜ਼ੋਲੂਸ਼ਨ ਸੀਗਾ ਅਗੇਂਸਟ ਯੂਕਰੇਨ ਦਾ, ਜਿਹੜਾ ਉਹ ਪਾਰਟ ਹੈ ਰੈਜ਼ੋਲੂਸ਼ਨ ਦੇ ਵਿੱਚ, ਕਿ ਉਹ ਵੀ ਹੈ ਕਿ ਇੰਡੀਆ ਤੇ ਪ੍ਰੈਸ਼ਰ ਬਣਾਉਣ ਨੂੰ। ਚਲੋ ਉਹ ਤਾਂ ਜਿਹੜਾ ਕਤਲ ਹੋਣਾ ਸੀ ਉਹ ਤਾਂ ਹੋ ਗਿਆ। ਹੁਣ ਜਿਹੜੀ ਅੱਗੇ ਸਿਆਸਤ ਚੱਲ ਰਹੀ ਹੈ ਕਿ ਇੱਕ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਹੈ ਲਗਾਤਾਰ ਹਿੰਦੁਸਤਾਨ ਤੇ ਕਿ ਟੋ ਦੀ ਲਾਈਨ। ਜਦੋਂ ਮੋਦੀ ਜੀ ਰਾਜਘਾਟ ਇਹਨਾਂ ਸਾਰੇ ਲੀਡਰਸ ਨੂੰ ਲੈ ਕੇ ਗਏ, ਮੋਦੀ ਜੀ ਅੱਗੇ ਸੀ, ਬਾਕੀ ਲੀਡਰ ਪਿੱਛੇ ਸੀਗੇ। ਮੋਦੀ ਜੀ ਲੀਡ ਕਰ ਰਹੇ ਸੀਗੇ, ਜਿਹੜਾ ਵਿਸ਼ਵ ਗੁਰੂ ਦਾ ਇਮੇਜ ਦੇ ਰਹੇ ਸੀ ਆਪਣਾ ਜੀ। ਹੁਣ ਉਹ ਇਹ ਮੈਨੂੰ ਲੱਗਦਾ ਕਨਵੇ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਤੁਸੀਂ ਸਾਡੇ ਅੱਗੇ ਨਹੀਂ, ਸਾਡੇ ਪਿੱਛੇ ਲੱਗ ਕੇ ਚੱਲੋ। ਇਹ ਪੋਸੀਬਲ ਹੈ, ਲੇਕਿਨ ਉਸ ਪ੍ਰੋਸੈਸ ਦੇ ਵਿੱਚ ਜਿਹੜੇ ਹਿੱਟ ਹੁੰਦੇ ਆ, ਇੱਕ ਤਾਂ ਸਿੱਖ ਕਮਿਊਨਿਟੀ, ਸਿੱਖ ਐਜ਼ ਏ ਕਮਿਊਨਿਟੀ ਹਿੱਟ ਹੁੰਦੇ ਆ। ਇਹ ਇੱਕ ਵਾਰੀ ਫਿਰ ਇਹ ਵਿਲਨ ਪੋਰਟਰੇ ਕੀਤੇ ਜਾ ਰਹੇ ਆ ਕਿ ਅੱਤਵਾਦ, ਖਾਲਿਸਤਾਨ ਸਾਰਾ। ਇੱਕ ਤਾਂ ਉਹ ਐਸਪੈਕਟ ਹੈ। ਦੂਸਰਾ, ਪੰਜਾਬ ਤੇ ਕੈਨੇਡਾ ਸਿੱਧਾ ਸਬੰਧ ਆ, ਰੋਜ਼ ਜਹਾਜ਼ ਭਰ ਕੇ ਆਉਂਦੇ ਜਾਂਦੇ ਪੰਜਾਬੀਆਂ ਦੇ। ਤਾਂ ਹੁਣ ਹਿੰਦੁਸਤਾਨ ਨੇ ਵੀਜ਼ਾ ਰੋਕਤਾ। ਸੋ ਇਹ ਸਾਰਾ ਕੁਝ ਇੱਕ ਟੈਨਸ਼ਨ ਵਾਲੇ ਮਾਹੌਲ ਦੇ ਵਿੱਚ ਬਣ ਰਿਹਾ, ਜਿਹੜਾ ਨਾ ਤਾਂ ਪੰਜਾਬ ਦੇ ਹਿੱਤ ਦੇ ਵਿੱਚ ਹੈ। ਸਿੱਖਾਂ ਨੂੰ ਡੈਮੋਨਾਈਜ਼ ਕੀਤਾ ਜਾ ਰਿਹਾ ਹੈ, ਹੋ ਰਿਹਾ ਆਪਣੇ ਆਪ ਇਸ ਪ੍ਰੋਸੈਸ ਦੇ ਵਿੱਚ। ਤੇ ਸਿਆਸੀ ਪਾਰਟੀਆਂ, ਅਕਾਲੀ ਦਲ ਨੇ ਫਿਰ ਵੀ ਬਚ ਕੇ ਸਟੈਂਡ ਲਿਆ ਇਸ ਤੇ। ਬਾਕੀ ਪਾਰਟੀਆਂ ਤਾਂ ਸਿੱਧਾ ਗੌਰਮੈਂਟ ਆਫ ਇੰਡੀਆ ਦੇ ਨਾਲ ਉਹ ਖੜੀਆਂ ਹੋਣੀਆਂ, ਉਹਨਾਂ ਨੇ ਉਹਦੇ ਬਾਰੇ ਕੋਈ ਐਸੀ ਅਜੀਬ ਗੱਲ ਨਹੀਂ ਹੈ, ਉਹਨਾਂ ਨੇ ਉਹ ਸਟੈਂਡ ਲੈਣਾ ਹੀ ਲੈਣਾ। ਸੋ ਸਿਚੁਏਸ਼ਨ ਰੋਜ਼ ਇੱਕ ਨਾ ਇੱਕ ਖਬਰ ਆ ਰਹੀ ਹੈ। ਸੋ ਅੱਜ ਦੀ ਮੇਜਰ ਇਸ਼ੂ ਇਹੀ ਹੈ ਕਿ ਨਿਊਯਾਰਕ ਟਾਈਮ ਨੇ ਸਿੱਧਾ ਹੀ ਦੱਸਤਾ ਕਿ ਇਹ ਸ਼ੁਰੂ ਸਾਰਾ ਇਸ਼ੂ ਅਮਰੀਕਾ ਤੋਂ ਹੁੰਦਾ ਹੈ। ਸਰਦਾਰ ਜਗਤਾਰ ਸਿੰਘ ਜੀ, ਮੇਰੀ ਆਪਣੀ ਜਿਗਿਆਸਾ ਹੈ ਤੇ ਸ਼ਾਇਦ ਮੈਂ ਇਹਦੇ ਚ ਇਹ ਸਵਾਲ ਵੀ ਗਲਤ ਹੋਵੇ, ਪਰ ਮੈਂ ਸਿਰਫ ਸਮਝਣਾ ਚਾਹੁੰਦਾ ਆਪਣੀ ਜਿਗਿਆਸਾ ਲਈ। ਇੱਕ ਤਾਂ ਤੁਸੀਂ ਜਿਹੜਾ ਜ਼ਿਕਰ ਕੀਤਾ ਕਿ ਪਾਰਟੀਆਂ ਜਿਹੜੇ ਸਟੈਂਡ ਲੈ ਰਹੀਆਂ ਉਹਨਾਂ ਦਾ ਬਣਦਾ ਹੈ, ਉਹ ਕੋਈ ਵੀ ਜਿਹੜੀ ਪਾਰਟੀ ਇਸ ਧਰਾਤਲ ਤੇ ਵਿਚਰਨਾ ਚਾਹੁੰਦੀ ਆ ਉਹ ਟਾਰਗੇਟ ਨਹੀਂ ਹੋਣਾ ਚਾਹੁੰਦੀ। ਉਹ ਜਿਹੜੇ ਮਸਲੇ ਦੀ ਗੰਭੀਰਤਾ ਹੈ ਨਾ ਕਿ ਦੋਵਾਂ ਦੇਸ਼ਾਂ ਦੇ ਵਿੱਚ ਪਿਸ ਕੌਣ ਰਹੇ ਆ, ਉਹਦੇ ਤੱਕ ਜਾਣ ਤੋਂ ਪਹਿਲਾਂ ਉਹ ਆਪਣੇ ਹਿੱਤ ਰੱਖਦੇ ਅੱਗੇ ਜੀ। ਅਕਾਲੀ ਦਲ ਕੋਲ ਹੋਰ ਦੂਜਾ ਰਸਤਾ ਨਹੀਂ ਜੋ ਨਾ ਸਟੈਂਡ ਲਿਆ। ਪਰ ਮੈਂ ਜਿਹੜੀ ਗੱਲ ਪੁੱਛਣਾ ਚਾਹੁੰਦਾ ਤੁਹਾਨੂੰ, ਇਹਦਾ ਸੰਬੰਧ ਕੋਈ ਜਿਹੜਾ ਡਾਲਰ ਦੀ ਵਰਤੋਂ ਘਟੀ ਆ ਇਸ ਪੂਰੇ ਏਸ਼ੀਆ ਖਿੱਤੇ ਦੇ ਵਿੱਚ, ਯੂਕਰੇਨ ਔਰ ਜਿਹੜੀ ਰਸ਼ੀਆ ਦੀ ਜੰਗ ਹੈ, ਇਸ ਦੌਰਾਨ ਚ ਜੋ ਵਪਾਰ ਹੋਇਆ ਔਰ ਉਹਦੇ ਵਿੱਚ ਪੈਸੇ ਰੁਪਈਏ ਦੀ ਐਕਸੈਪਟੈਂਸ ਹੈ ਔਰ ਬਹੁਤ ਸਾਰਾ ਤੇਲ ਤੋਂ ਲੈ ਕੇ ਹੋਰ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਡਾਲਰ ਨੂੰ ਸੱਟ ਵੱਜੀ ਆ। ਤੁਹਾਨੂੰ ਲੱਗਦਾ ਕਿ ਜਿਹੜੇ ਡਿਵੈਲਪ ਕੰਟਰੀ ਆ ਉਹ ਇਸ ਗੱਲੋਂ ਵੀ ਔਖੇ ਹੋਣਗੇ? ਕਾਰਨ ਭਾਵੇਂ ਠੀਕ ਹੈ, ਭਾਰਤ ਔਰ ਚਾਈਨਾ ਦੇ ਸੰਬੰਧ ਖਰਾਬ ਨੇ, ਨੋ ਡਾਊਟ, ਲੇਕਿਨ ਜਦੋਂ ਇਹਦੇ ਵਿੱਚ ਰਸ਼ੀਆ ਤੇ ਭਾਰਤ ਬਿਹਤਰ ਹੁੰਦੇ ਆ ਇੰਟਰਨੈਸ਼ਨਲ ਪੱਧਰ ਦੇ ਉੱਤੇ, ਕੱਲ ਨੂੰ ਇਹ 19 ਕੜੱਤਣ ਦੇ ਵਿੱਚ ਕੋਈ ਬੰਦਾ ਇਹਨਾਂ ਕੋਲ ਮਿਡਲਮੈਨ ਵੀ ਹੈਗਾ। ਸੋ ਜਿਹੜੇ ਉਹ ਦੇਸ਼ ਆ ਉਹਨਾਂ ਨੇ ਇਸ ਮੌਕੇ ਨੂੰ ਇੱਕ ਬਹਾਨੇ ਵਜੋਂ ਵੀ ਅੱਗੇ ਵਧਾਇਆ। ਜੇ ਇਸ ਮਾਮਲੇ ਨੂੰ ਲੈ ਕੇ ਕੱਲ ਨੂੰ ਸਖਤ ਤੋਂ ਸਖਤ ਸਟੈਪ ਵੀ ਲਏ ਜਾਂਦੇ ਆ ਤਾਂ ਸੈਂਕਸ਼ਨਸ ਦੀ ਜਿਹੜੀ ਗੱਲ ਹੁੰਦੀ ਆ, ਪਾਬੰਦੀਆਂ ਆਇਦ ਕਰਨ ਦੀ ਗੱਲ ਹੁੰਦੀ ਆ, ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਦੂਰਦਰਸ਼ੀ ਤਰੀਕੇ ਨਾਲ ਦੇਖ ਰਹੇ ਹੋ। ਭਾਵੇਂ ਕਿ ਸਾਡੀ ਜਿਹੜੀ 24 ਦੀ ਇਲੈਕਸ਼ਨ ਆ ਉਹਦੇ ਚ ਪੋਲਰਾਈਜੇਸ਼ਨ ਲਈ ਕਾਫੀ ਮਸਾਲਾ ਮਿਲ ਗਿਆ, ਪਰ ਭਾਰਤ ਦੀ ਇਮੇਜ ਵੀ ਤਾਂ ਆਪਣੇ ਆਪ ਦੇ ਵਿੱਚ ਨਰਿੰਦਰ ਮੋਦੀ ਬਤੌਰ ਪ੍ਰਧਾਨ ਮੰਤਰੀ ਇਫੈਕਟ ਹੋ ਰਹੇ ਨੇ। ਇਹ ਵੀ ਇੱਕ ਕੁਝ ਮਾਮਲੇ ਹੈਗੇ ਜੀ। ਮੋਦੀ ਜੀ ਪਿਛਲੇ ਕਾਫੀ ਸਮੇਂ ਤੋਂ ਇਹ ਗੱਲ ਚਲਾ ਰਹੇ ਹੈ ਕਿ ਜਿਹੜਾ ਬਾਹਰਲੇ ਮੁਲਕਾਂ ਦਾ ਵਪਾਰ ਹੈ ਉਹ ਵੱਧ ਤੋਂ ਵੱਧ ਰੁਪਈਏ ਦੇ ਵਿੱਚ ਹੋਣਾ ਚਾਹੀਦਾ ਜੀ। ਇੰਟਰਨੈਸ਼ਨਲ ਕਰੰਸੀ ਵਪਾਰ ਦੀ ਮੇਨਲੀ ਰੂਪੀ ਹੈ। ਚਾਈਨੀਜ਼ ਵੀ ਕਰੰਸੀ ਚੱਲਦੀ ਹੈ, ਲੇਕਿਨ ਮੇਨ ਡਾਲਰ ਚੱਲਦਾ ਵਰਲਡ ਦੇ ਵਿੱਚ। ਹੁਣ ਜਦੋਂ ਅਮਰੀਕਾ ਨੇ ਆਪਣੇ ਰੂਸ ਤੇ ਸੈਂਕਸ਼ਨਸ ਲਾਈਆਂ ਯੂਕਰੇਨ ਦੇ ਅਟੈਕ ਤੋਂ ਬਾਅਦ, ਉਸ ਤੋਂ ਬਾਅਦ ਜਿਹੜਾ ਸਾਡੇ ਕੋਲ ਤੇਲ ਆ ਰਿਹਾ ਹੈ, ਹਿੰਦੁਸਤਾਨ ਨੇ ਤੇਲ ਦੀ ਇੰਪੋਰਟ ਬੰਦ ਨਹੀਂ ਕੀਤੀ, ਜਦ ਕਿ ਸੈਂਕਸ਼ਨ ਦੇ ਵਿੱਚ ਤੇਲ ਵੀ ਆਉਂਦਾ, ਤੇਲ ਰੁਪੀਸ ਦੇ ਵਿੱਚ ਆ ਰਿਹਾ। ਇਕੱਲਾ ਇਹੀ ਨਹੀਂ,
22 ਮੁਲਕਾਂ ਨਾਲ ਹਿੰਦੁਸਤਾਨ ਨੇ ਰੂਪੀ ਟ੍ਰੇਡ ਦਾ ਐਗਰੀਮੈਂਟ ਕੀਤਾ ਗਿਆ। ਸੋ ਇਹਦਾ ਸਿੱਧਾ ਅਸਰ ਜਿਹੜਾ ਡਾਲਰ ਹੈ ਉਹ ਤੇ ਪੈਂਦਾ, ਤੇ ਡਾਲਰ ਇਹਦੇ ਵਿੱਚ ਵੀਕ ਹੁੰਦਾ ਹੈ। ਜੇ ਇੰਟਰਨੈਸ਼ਨਲ ਲੈਵਲ ਤੇ ਆ ਕੇ ਡਾਲਰ ਵੀਕ ਹੁੰਦਾ ਹੈ ਤੇ ਅਮਰੀਕਾ ਦੀ ਪੋਜੀਸ਼ਨ ਵੀ ਹਿੱਟ ਹੁੰਦੀ ਉਹਦੇ ਵਿੱਚ ਆ ਕੇ। ਸੋ ਨੈਚੁਰਲੀ ਉਹ ਚਾਹਣਗੇ ਕਿ ਜਿਹੜਾ ਇਹ ਟ੍ਰੈਂਡ ਹੈ ਇਹ ਖਤਮ ਕੀਤਾ ਜਾਵੇ ਤੇ ਮੇਨ ਜਿਹੜਾ ਵਪਾਰ ਹੈ ਉਹ ਡਾਲਰ ਦੇ ਵਿੱਚ ਹੀ ਰਹੇ। ਤੇ ਚੀਨ ਤੇ ਅਮਰੀਕਾ ਦੀ ਗੱਲ ਵੱਖਰੀ ਹੈ ਕਿ ਜਿਹੜਾ ਉਹਨਾਂ ਦਾ ਦੋਵੇਂ ਪਾਸੇ ਟ੍ਰੇਡ ਹੈ ਉਹਦਾ ਲੈਵਲ ਹੀ ਬਿਲਕੁਲ ਡਿਫਰੈਂਟ ਹੈ। ਸੋ ਉਹ ਆਪਣੇ ਲੈਵਲ ਤੇ ਡੀਲ ਕਰਦੇ ਹੈ, ਉਹ ਇੱਕ ਵੱਖਰਾ ਇਸ਼ੂ ਹੈ। ਲੇਕਿਨ ਇੰਡੀਆ ਦੇ ਨਾਲ ਸਿਚੁਏਸ਼ਨ ਬਿਲਕੁਲ ਡਿਫਰੈਂਟ ਹੈਗੀ। ਤੇ ਜਿਹੜੀ ਮੈਂ ਸਾਊਥ ਚਾਈਨਾ ਦੀ ਗੱਲ ਕੀਤੀ ਹੈ ਉਹ ਇੱਕ ਨਾਲ ਦੀ ਨਾਲ ਹੀ ਵੱਖਰਾ ਇਸ਼ੂ ਹੈ। ਸਰਦਾਰ ਹਰਮੀਤ ਸਿੰਘ ਜੀ, ਤੁਸੀਂ ਵੀ ਸਾਰੀ ਸਥਿਤੀ ਨੂੰ ਦੇਖ ਰਹੇ ਹੋ, ਖਾਸ ਤੌਰ ਤੇ ਜਿਹੜਾ ਸਾਡਾ ਭਾਈਚਾਰਾ ਔਰ ਸਾਡੇ ਜਿਹੜੇ ਲੋਕ ਬੜੇ ਅਗਾਂਹ ਵਧੂ ਵੀ ਆ, ਉਹ ਅਕਹਿਰੇ ਤਰੀਕੇ ਨਾਲ ਨਹੀਂ ਇਹਨਾਂ ਮਾਮਲਿਆਂ ਨੂੰ ਸੋਚਦੇ ਵਿਚਾਰਦੇ। ਕਈ ਪੱਧਰਾਂ ਤੇ ਇਹ ਮਾਮਲੇ ਦੇਖੇ ਜਾਂਦੇ ਆ, ਲੇਕਿਨ ਟਾਰਗੇਟ ਜਿਹੜੀ ਆ ਉਹ ਕਮਿਊਨਿਟੀ ਔਰ ਇਹ ਖਿੱਤਾ ਹੋ ਰਿਹਾ ਪੂਰੀ ਤਰ੍ਹਾਂ। ਉੱਥੇ ਬੈਠੇ ਇੱਥੇ ਬੈਠੇ ਦੋਨੇ ਪਾਸੇ ਥੋੜਾ ਤਣਾਅ ਝੇਲ ਰਹੇ ਆ। ਨੈਸ਼ਨਲ ਮੀਡੀਆ ਸਾਰਾ ਇਹਦੇ ਤੇ ਲਗਾਤਾਰ ਗੱਲ ਕਰ ਰਿਹਾ, ਇੰਟਰਨੈਸ਼ਨਲ ਪੱਧਰ ਤੇ ਗੱਲ ਜਿੰਨੀ ਕੁ ਹੋਣੀ ਬਣਦੀ ਹੈ ਉਨੀ ਹੋ ਰਹੀ ਆ, ਪਰ ਇਹਦਾ ਖਮਿਆਜਾ ਵੀ ਭੁਗਤਣਾ ਪੈ ਸਕਦਾ ਇਸ ਖਿੱਤੇ ਨੂੰ। ਸਾਨੂੰ ਆਇਡੈਂਟੀਟੀ ਜਾਂ ਬਾਕੀ ਮਾਮਲਿਆਂ ਦੇ ਵਿੱਚ ਇੱਕ ਵਾਰੀ ਕ੍ਰਾਈਸਿਸ ਦਾ ਸਾਹਮਣਾ ਫਿਰ ਕਰਨਾ ਪੈ ਸਕਦਾ। ਬਿਲਕੁਲ, ਇੱਕ ਗੱਲ ਤਾਂ ਕਲੀਅਰ ਹੈ ਕਿ ਜਿਹੜਾ ਜਿੱਥੇ ਤੱਕ ਹੁਣ ਵੀ ਰਿਲੇਸ਼ਨ ਪਹੁੰਚ ਗਏ ਡਿਪਲੋਮੈਟਿਕ ਲੈਵਲ ਤੇ ਵੀ ਸਟ੍ਰੈਟਜੀਕਲੀ, ਤਾਂ ਨੁਕਸਾਨ ਤਾਂ ਡੈਮੇਜ ਤਾਂ ਹੁਣ ਤੱਕ ਵੀ ਕਾਫੀ ਹੋ ਗਿਆ। ਜਿਹੜਾ ਇੱਕ ਦੂਜੇ ਨੂੰ ਦੁਬਾਰਾ ਰਿਪੇਅਰ ਕਰਨ 'ਚ ਟਾਈਮ ਲੱਗਦਾ, ਐ ਨਹੀਂ ਕਿ ਹੋ ਨਹੀਂ ਸਕਦੇ। ਜੇਕਰ ਦੁਬਾਰਾ ਰਿਲੇਸ਼ਨ ਉਸ ਪੱਧਰ ਤੇ ਇੱਕ ਭਰੋਸਾ ਬਿਲਡ ਕਰਨ ਦੇ ਵਿੱਚ ਟਾਈਮ ਲੱਗਦਾ ਹੁੰਦਾ ਤੇ ਟਾਈਮ ਲੱਗਣਾ ਹੈ। ਹਜੇ ਤਾਂ ਭਰੋਸਾ ਬਿਲਡ ਕਰਨ ਦੀ ਪ੍ਰਕਿਰਿਆ ਜਿਹੜੀ ਉਹ ਬੈਕ ਚੈਨਲ ਚੱਲਦੀ ਹੋਵੇ, ਅਲੱਗ ਗੱਲ ਹੈ ਕਿ ਅਜੇ ਤੱਕ ਸਾਹਮਣੇ ਕੋਈ ਪਬਲਿਕ ਬਿਆਨਾਂ ਦੇ ਵਿੱਚੋਂ ਜਾਂ ਬਾਕੀ ਨਹੀਂ ਸਾਹਮਣੇ ਆਈ। ਔਰ ਦੂਸਰੀ ਗੱਲ ਇਹ ਹੈ ਕਿ ਅਜੇ ਜ਼ੋਰ ਅਜਮਾਈ ਦਾ ਹੀ ਕੰਮ ਚੱਲਦਾ। ਜਿਵੇਂ ਸਾਡੇ ਵਾਲਾ ਜਿਹੜਾ ਮੀਡੀਆ ਕਹਿੰਦਾ ਦੇਖੋ ਭਾਰਤ ਨੇ ਨਹਿਲੇ ਤੇ ਦਹਿਲਾ ਕਰਤਾ, ਉਹਨਾਂ ਨੇ ਸਾਨੂੰ ਆਪਦਾ ਭੇਜਿਆ ਡਿਪਲੋਮੇਟ ਸਾਡੇ ਵਾਲਾ ਤੇ ਅਸੀਂ ਉਹਨਾਂ ਦਾ ਕਰਤਾ। ਉਹਨਾਂ ਨੇ ਇੱਕ ਬਾਕੀ ਦਾ ਵੀਜ਼ੇ ਤੇ ਕੋਈ ਫੈਸਲਾ ਲਿਆ, ਅਸੀਂ ਆਪ ਉਹਨਾਂ ਦੇ ਕੈਨੇਡਾ ਤੇ ਕਰਤਾ। ਪਰ ਕੈਨੇਡਾ ਦੇ ਜੇਕਰ ਜਿਹੜਾ ਵੀਜ਼ਾ ਰੋਕਿਆ, ਕੈਨੇਡੀਅਨ ਸਿਟੀਜ਼ਨ ਜਿਹੜੇ ਬਣ ਗਏ ਭਾਰਤੀ, ਉਹਨਾਂ ਦਾ ਵੀਜ਼ਾ ਰੁਕਣ ਦਾ ਮਤਲਬ ਹੈ ਨੁਕਸਾਨ ਕਿਹਦਾ ਹੁੰਦਾ? ਲਾਸ। ਮੈਨੂੰ ਨਹੀਂ ਲੱਗਦਾ ਕਿ ਉਹਦਾ ਵੀਜ਼ਾ ਜੇ ਇੱਥੇ ਨਹੀਂ ਆਉਂਦਾ ਤਾਂ ਉਹਦਾ ਲਾਸ ਉੱਥੇ ਹੁੰਦਾ, ਉਹਦਾ ਸਾਡੇ ਵਾਲੇ ਪਾਸੇ ਲਾਸ ਜ਼ਿਆਦਾ ਹੁੰਦਾ ਇਕਨੋਮਿਕਲੀ ਜਾਂ ਬਾਕੀ ਜਾਂ ਈਵਨ ਮਾਨਸਿਕ ਤੌਰ ਤੇ ਸਾਈਕੋਲੋਜੀਕਲੀ ਵੀ। ਉਹ ਲੋਕ ਇੱਥੇ ਮਿਲਣਾ ਚਾਹੁੰਦੇ ਨੇ, ਆਪਸ ਦੇ ਵਿੱਚ ਜਾਣਾ ਚਾਹੁੰਦੇ ਨੇ, ਉਹ ਅਲੱਗ ਗੱਲ ਹੈ। ਤਾਂ ਉਹਦਾ ਕਿਸੇ ਨਾ ਕਿਸੇ ਰੂਪ ਚ ਪ੍ਰੈਸ਼ਰ ਜਿਹੜਾ ਪ੍ਰੈਸ਼ਰ ਵੀ ਇਸ ਗਵਰਨਮੈਂਟ ਤੇ ਜ਼ਿਆਦਾ ਪਾਉਣਗੇ ਲੋਕ ਕਿ ਕਿਉਂ ਤੁਸੀਂ ਸਾਡਾ ਰੋਕਦੇ ਹੋ, ਜਾਂ ਉਹਦੇ ਪ੍ਰਤੀ ਜਿਹੜਾ ਲੋਕਾਂ ਦਾ ਇੱਕ ਮਨ ਬਣੂਗਾ ਕਿ ਇਹ ਗਲਤ ਫੈਸਲਾ ਹੈ। ਹਜੇ ਲੋਕ ਕਹਿ ਰਹੇ ਨੇ, ਕਾਫੀ ਉੱਭਰ ਕੇ ਵੀ ਕਹਿ ਰਹੇ ਨੇ ਇਹ ਚੀਜ਼ਾਂ ਤਾਂ, ਕਿ ਸਿਲੈਕਟਡ ਰੋਕਣਾ ਵੀਜ਼ਾ ਉਹ ਅਲੱਗ ਗੱਲ ਹੈ। ਸਿਲੈਕਟਿਵਲੀ ਕੋਈ ਇਹ ਹੋਣਾ ਕਿ ਫਲਾਣੇ ਬੰਦੇ ਤੇ ਸਾਨੂੰ ਇਤਰਾਜ਼ ਆ, ਫਲਾਣੀ ਆਰਗੇਨਾਈਜੇਸ਼ਨ ਤੇ ਇਤਰਾਜ਼ ਆ, ਪਰ ਜਨਰਲੀ ਜਿਹੜਾ ਵੀਜ਼ਾ ਰੋਕ ਦੇਣਾ ਉਹ ਇੱਕ ਅਲੱਗ ਗੱਲ ਹੁੰਦੀ ਹੈ। ਔਰ ਇਹ ਤੋਂ ਇਲਾਵਾ ਜਿਹੜਾ ਇਲੈਕਟੋਰਲ ਪ੍ਰੋਸੈਸ ਹੈ, ਮੈਨੂੰ ਲੱਗਦਾ ਵੀ ਈਵਨ ਕੈਨੇਡਾ ਦੇ ਇਲੈਕਟੋਰਲ ਪ੍ਰੋਸੈਸ ਚ ਉਸ ਕਿਸਮ ਦਾ ਜਿਹੜਾ ਅਜੇ ਧਰਮ ਜਾਤ ਨਹੀਂ ਪੈਂਦੀ। ਈਵਨ ਅਮਰੀਕਾ ਦੇ ਵਿੱਚ ਵੀ ਇਲੈਕਸ਼ਨ ਚ ਹੋਣ ਲੱਗ ਗਿਆ ਰੇਸ਼ੀਅਲ ਕੰਮ ਇੱਕ ਲੈਵਲ ਦੇ ਉੱਤੇ, ਕਿ ਗੋਰਿਆਂ ਨੇ ਗੋਰੇ ਨੂੰ ਵੋਟ ਪਾਈ, ਬਾਕੀ ਇਹ ਹੈ ਟਰੰਪ ਜਦੋਂ ਦਾ ਆਇਆ, ਰਾਈਟਿਸਟ ਪੋਲਿਟਿਕਸ ਜਦੋਂ ਦੀ ਚੱਲੀ ਹੈ। ਪਰ ਇੱਥੇ ਫਿਰ ਵੀ ਇੱਕ ਲੈਵਲ ਦਾ ਫਰਕ ਦਿਖਾਈ ਦਿੰਦਾ ਕੈਨੇਡਾ ਦੇ ਵਿੱਚ। ਜਾਂ ਉਹਨਾਂ ਦੇ ਜਿਹੜੇ ਲੀਡਰ ਨੇ ਜੇ ਜ਼ਿਆਦਾ ਇੱਕ ਪਾਸੇ ਨੂੰ ਜਾਣਗੇ ਤਾਂ ਘੱਟੋ ਘੱਟ ਪਬਲਿਕ ਦਾ ਇੱਕ ਲੈਵਲ ਹੁੰਦਾ, ਉਹਨਾਂ ਨੂੰ ਲੱਗਦਾ ਕਿ ਪਬਲਿਕ ਖਿਲਾਫ ਹੋ ਸਕਦੀ ਹੈ, ਪੱਖ 'ਚ ਨਹੀਂ ਜਾਊਗੀ ਜੇ ਹੇਟ ਲੈਵਲ ਦਾ ਪੈਟਰਨ ਉੱਥੇ ਫੈਲਾਇਆ ਜਾਂਦਾ ਉਸ ਪੱਧਰ ਦੇ। ਸਾਡੇ ਤਾਂ ਹੇਟ ਸਪੀਚਾਂ ਬਥੇਰੀਆਂ ਹੋ ਰਹੀਆਂ ਨੇ ਤੇ ਉਹ ਹੁੰਦਾ ਹਾਂ 2024 ਦੀ ਇਲੈਕਸ਼ਨ ਹੈ, ਜੇ ਸਾਡਾ ਟਾਰਗੇਟ ਇਲੈਕਸ਼ਨ ਹੈ ਤੇ ਉਹਨੂੰ ਹੀ ਟਾਰਗੇਟ ਰੱਖ ਕੇ ਕੀਤਾ ਜਾਵੇ। ਮੰਨ ਲਓ ਜੇਕਰ ਇਹ ਉਹਦੇ ਪਿੱਛੇ ਕੋਈ ਗੱਲ ਹੁੰਦੀ ਹੈ ਤਾਂ ਬਿਲਕੁਲ ਰੂਲਿੰਗ ਸਾਈਡ ਨੂੰ ਇਹ ਲੱਗ ਸਕਦਾ ਹੁੰਦਾ ਕਿ ਜੀ ਇਹਦਾ ਫਾਇਦਾ ਹੀ ਹੋਣਾ ਆਪਾਂ ਨੂੰ। ਪਾਵਰ ਸ਼ੇਅਰ ਪਾਵਰ ਦੇ ਮਾਮਲੇ 'ਚ ਤਾਂ ਦੂਜਾ ਨੁਕਸਾਨ ਦੇਖੀ ਜਾਊਗੀ, ਬਾਅਦ ਦੇ ਵਿੱਚ ਦੇਖਾਂਗੇ ਜੋ ਵੀ ਹੋਣਾ। ਪਰ ਇੱਕ ਓਵਰਆਲ ਇਮੇਜ ਦਾ ਹੁੰਦਾ, ਇੱਕ ਬੈਲੈਂਸ ਰੱਖ ਕੇ ਚੱਲਣਾ ਹੁੰਦਾ। ਗਲੋਬਲ ਲੈਵਲ ਤੇ ਵੀ ਤੁਹਾਡਾ ਇੱਕ ਇਮੇਜ ਹੁੰਦਾ, ਲੀਡਰ ਦਾ ਵੀ, ਦੇਸ਼ ਦਾ ਵੀ, ਔਰ ਬਾਕੀ ਵੀ। ਔਰ ਜਿਹੜੇ ਗੁਆਂਢੀ ਦੇਸ਼ਾਂ ਨਾਲ ਵੀ ਸਾਡੇ ਸੰਬੰਧ ਕੋਈ ਬਹੁਤ ਜ਼ਿਆਦਾ ਨਹੀਂ। ਚਾਈਨਾ ਦੇ ਬਾਰਡਰ ਤੇ ਰੋਜ਼ ਟਕਰਾਅ ਦੀ ਸਥਿਤੀ ਹੈ। ਅਸੀਂ ਬਹੁਤ ਜ਼ਿਆਦਾ ਪਾਕਿਸਤਾਨ ਵਾਂਗ ਨਹੀਂ ਉਹਨੂੰ ਗਾਲਾਂ ਕੱਢਦੇ, ਬਾਕੀ ਤਰੀਕੇ ਨਹੀਂ। ਔਰ ਕਿੰਨਾ ਕੁਛ ਆਇਆ ਪਿਆ ਆ ਹੁਣੀ ਅਜੇ 3 ਦਿਨ ਪੁਰਾਣੀ ਗੱਲ ਹੈ, ਚਾਈਨਾ ਨੇ ਅਰੁਣਾਚਲ ਦੇ ਪਲੇਅਰਾਂ ਨੂੰ ਸਾਡਿਆਂ ਨੂੰ ਵੀਜ਼ਾ ਨਹੀਂ ਦਿੱਤਾ। ਸਾਡਾ ਸਪੋਰਟਸ ਮਿਨਿਸਟਰ ਆ ਜਿਹੜਾ ਕੰਟਰੀ ਦਾ, ਉਹਨੂੰ ਉਹ ਵੀਜ਼ਾ ਖੇਡਾਂ 'ਚ ਜਾਣ ਦਾ ਜਿਹੜਾ ਸਪੋਰਟਸ ਹੋ ਰਹੀਆਂ ਨੇ ਆਪਣਾ ਦੌਰਾ ਰੱਦ ਕਰਨਾ ਪਿਆ ਇਸ ਰੋਸ ਦੇ ਵਿੱਚੋਂ। ਤੇ ਉਹ ਚਾਈਨਾ ਕਹਿੰਦਾ ਕਿ ਅਰੁਣਾਚਲ ਤੇ ਤੁਹਾਡਾ ਹੱਕ ਨਹੀਂ ਹੈ ਕਿ ਤੁਸੀਂ ਜ਼ਬਰਦਸਤੀ ਆਏ ਹੋ ਮੇਰਾ, ਇਸ ਲਈ ਮੈਂ ਉੱਥੇ ਨਹੀਂ ਦਿੰਦਾ। ਉੱਥੇ ਸਾਡੇ ਹੋਮ ਮਿਨਿਸਟਰ ਦੇ ਜਾਣ ਤੇ ਵੀ ਉਹ ਇਤਰਾਜ਼ ਕਰਦਾ। ਬੜੀ ਵਾਰ ਇਹ ਚੀਜ਼ਾਂ ਹੁੰਦੀਆਂ ਨੇ। ਔਰ ਇਸੇ ਕਰਕੇ ਇਹ ਜਿਹੜੇ ਇੱਕ ਰਿਲੇਸ਼ਨ ਨੇ ਇੰਟਰਨੈਸ਼ਨਲ ਰਿਲੇਸ਼ਨ, ਤੇ ਇਹਦੇ ਤੋਂ ਇਲਾਵਾ ਵੀ ਇੰਡੀਆ ਦੀ ਇਕਨੋਮੀ ਅਜੇ ਐਡੀ ਵੱਡੀ ਬਿਲਡ ਨਹੀਂ ਹੋਈ। ਅਜੇ IMF ਤੇ ਵਰਲਡ ਬੈਂਕ ਤਾਂ ਬਹੁਤ ਬੜਾ ਇੱਕ ਦਾਇਰਾ ਹੈ ਇਸ ਸਾਰੇ ਮਾਮਲੇ ਦੇ ਵਿੱਚ।
ਜਿਹੜੀਆਂ ਚੀਜ਼ਾਂ ਨੂੰ ਪਲਾਨ ਕਰਦੇ ਨੇ ਇਕਨੋਮਿਕਲੀ। ਅਜੇ ਸਾਡਾ ਰੁਪਈਆ ਜਾਂ ਬਾਕੀ ਦੀਆਂ ਚੀਜ਼ਾਂ ਐਡੀਆਂ ਉਸ ਪੱਧਰ ਤੇ ਨਹੀਂ, ਯੂਰੋ ਡਾਲਰ ਨਹੀਂ ਚੱਲ ਸਕਿਆ ਅਜੇ ਤਾਂ ਡਾਲਰ ਦੇ ਮੁਕਾਬਲੇ, ਅਮਰੀਕਨ ਡਾਲਰ ਦੇ ਮੁਕਾਬਲੇ। ਯੂਰੋ ਡਾਲਰ ਕਦੋਂ ਦਾ ਬਣਿਆ ਔਰ ਕਿੰਨੇ ਕੰਟਰੀ ਨੇ ਯੂਰਪ ਦੇ ਜਿਹੜੇ ਉਹਦੇ ਰਾਹੀਂ ਬਹੁਤ ਵੱਡੇ ਪੱਧਰ ਤੇ, ਈਵਨ ਬ੍ਰਿਟੇਨ ਦਾ ਕਦੇ ਦਬਦਬਾ ਸੀ ਕਲੋਨੀਅਲ ਸੈਟਅਪ ਚ ਦੁਨੀਆ ਦੇ ਵਿੱਚ, ਪਾਉਂਡ ਵੀ ਨਹੀਂ ਅਜੇ ਚੱਲ ਰਹੇ ਨੇ ਉਸ, ਨਹੀਂ ਤਾਂ ਬੜਾ ਲੰਮਾ ਸਮਾਂ ਪਾਉਂਡ ਚੱਲ ਜਾਂਦਾ ਉਸ ਲੈਵਲ ਤੇ। ਇਹ ਸਾਰੀਆਂ ਚੀਜ਼ਾਂ ਬਿਜ਼ਨਸ, ਕਰੰਸੀ ਤੇ ਤੁਹਾਡੇ ਦੇਸ਼ ਦੀ ਓਵਰਆਲ ਸੱਤਾ, ਹਿੱਸੇਦਾਰੀ, ਪਰ ਕੈਪੀਟਾ ਇਨਕਮ, ਅਸੀਂ ਕਿੰਨਾ ਐਕਸਪੋਰਟ ਕਰਦੇ ਆ ਤੇ ਕਿੰਨਾ ਇੰਪੋਰਟ ਕਰਦੇ ਆ, ਸਾਡਾ ਐਕਸਪੋਰਟ ਚ ਜਿੱਥੋਂ ਸਾਨੂੰ ਜ਼ਿਆਦਾ ਚੀਜ਼ ਮਿਲਣੀ ਚਾਹੀਦੀ ਹੈ ਉਹ ਕਿੱਥੇ ਹੈ ਕਿ ਕਿੰਨੀ ਹੈ, ਕਿਹਦੇ ਨਾਲ ਅਸੀਂ ਕਰਾਂਗੇ। ਔਰ ਜਦੋਂ ਵਪਾਰ ਬਰਾਬਰੀ ਤੇ ਹੁੰਦਾ, ਜਿਵੇਂ ਚਾਈਨਾ ਨੇ ਤਾਂ ਮੰਡੀ ਪਲਟ ਕਰਦੀ, ਚਾਈਨਾ ਤੋਂ ਥ੍ਰੈਟ ਹੈ ਈਵਨ ਯੂਰਪ ਨੂੰ ਵੀ ਤੇ ਅਮਰੀਕਾ ਨੂੰ ਵੀ ਕਿ ਉਹ ਸਸਤੀਆਂ ਇੰਨੀਆਂ ਚੀਜ਼ਾਂ ਬਣਾ ਉੱਥੇ ਦੀ ਮੰਡੀ ਦੇ ਵਿੱਚ ਸੁੱਟ ਰਿਹਾ ਤੇ ਉਹਨਾਂ ਤੋਂ ਮੁਕਾਬਲਾ ਨਹੀਂ ਹੋ ਰਿਹਾ ਉਹ ਸਾਰੇ ਮਾਮਲੇ ਦੇ ਨਾਲ। ਜਿਹੜਾ ਅਸੀਂ ਗੱਲ ਕਰਦੇ ਸੀ ਮੇਡ ਇਨ ਇੰਡੀਆ ਦਾ ਕਨਸੈਪਟ, ਉਹ ਕਨਸੈਪਟ ਆਇਆ ਸੀ 2014 ਚ, ਅਸੀਂ ਸਕੀਮਾਂ ਵੀ ਦਿੱਤੀਆਂ, ਪਰ ਮੇਡ ਇਨ ਇੰਡੀਆ ਦਿਖਾਈ ਕਿੱਥੇ ਦਿੰਦਾ ਉਸ ਪੱਧਰ ਦੇ ਉੱਤੇ ਜਿਹੜਾ ਜਾ ਕੇ ਧੁੰਮ ਪਹੁੰਚਾ ਦੂਗਾ, ਇੱਥੇ ਮਾਲ ਪੈਦਾ ਕਰਕੇ ਬਾਕੀ ਦੀ ਜਗ੍ਹਾ ਚੱਲੂਗਾ। ਇਸ ਕਰਕੇ ਕੱਲਾ ਮਤਲਬ ਸੋਚਣਾ, ਖਾਹਿਸ਼ ਰੱਖਣਾ ਜਾਂ ਐਗਰੀਮੈਂਟ ਹੋ ਜਾਣਾ, ਐਮਓਯੂ ਸਾਈਨ ਕਰ ਲੈਣਾ, ਮੇਰਾ ਖਿਆਲ ਉਹ ਕਾਫੀ ਨਹੀਂ ਹੁੰਦੇ। ਧਰਾਤਲ ਤੇ ਬਹੁਤ ਸਾਡੇ $7,000 ਦੇ ਲਗਭਗ ਪਰ ਕੈਪੀਟਾ ਇਨਕਮ ਚ ਅਸੀਂ ਜੀ ਰਹੇ ਹਾਂ। ਉਹ 70 ਤੋਂ ਲੈ ਕੇ $77,000 ਦੇ ਕੰਟਰੀ ਨੇ ਜਿੱਥੇ ਪਰ ਕੈਪੀਟਾ ਇਨਕਮ ਹੈ। ਜਿਹੜੀ ਮਨੁੱਖੀ ਰਿਸੋਰਸਸ ਦਾ ਕੁਐਸਚਨ ਹੁੰਦਾ, ਜਿਹੜੇ ਡੀਲ ਕਰਦੇ ਨੇ ਇੱਕ ਦੂਜੇ ਦੇ ਨਾਲ, ਉਹ ਸਾਡੇ ਕੋਲ ਉਸ ਲੈਵਲ ਦੇ ਨੇ। ਵੱਡੀਆਂ ਇੰਸਟੀਟਿਊਸ਼ਨ ਜਿਹਨੇ ਮੰਨ ਲਓ ਜਿੱਥੇ ਸਾਡੇ ਬੱਚੇ ਪੜ੍ਹਾਈ ਲਈ ਜਾਂਦੇ ਨੇ, ਤਰਲੇ ਲੈਂਦੇ ਨੇ, ਔਰ ਸਾਡੇ ਕੋਲ ਉਸ ਸਟੇਟਸ ਦੀਆਂ ਯੂਨੀਵਰਸਿਟੀਆਂ ਤੇ ਇੰਸਟੀਟਿਊਸ਼ਨ ਚ ਕਿੱਥੇ ਨੇ? ਸਾਡੀਆਂ ਡਿਕਲਾਈਨਿੰਗ ਪਾਸੇ ਨੇ ਸਾਡੀਆਂ ਇੰਸਟੀਟਿਊਸ਼ਨ ਚ, ਬਲਕਿ ਸਾਡੇ ਕਾਲਜਾਂ ਯੂਨੀਵਰਸਿਟੀ ਪੈਸੇ ਦੇ ਕਨੀਓ ਮਰ ਰਹੇ ਨੇ, ਤੇ ਜਿਹੜੇ ਦੂਜੇ ਨੇ ਮਾੜੇ ਮੋਟੇ ਪ੍ਰਾਈਵੇਟ ਉਹ ਐਡੀਆਂ ਮਹਿੰਗੀਆਂ ਨੇ ਤੇ ਉੱਥੇ ਜਾਣ ਦੀ ਸਮਰੱਥਾ ਨਹੀਂ ਹੈ। ਜਦੋਂ ਸਰਵਿਸ ਸੈਕਟਰ ਚ ਤੇ ਮੈਨੂਫੈਕਚਰਿੰਗ ਸੈਕਟਰ ਚ ਤੇ ਸਾਰੇ ਸੈਕਟਰ ਦੇ ਵਿੱਚ ਸਾਡੇ ਬਿਜ਼ਨਸ ਦਾ ਜਿਹੜਾ ਲੈਵਲ ਹੋਏਗਾ ਆਦਾਨ ਪ੍ਰਦਾਨ ਦਾ, ਉਹ ਬੜਾ ਨਾਪ ਤੋਲ ਕੇ ਹੀ ਚੱਲਦਾ ਦੁਨੀਆ ਦਾ ਵਪਾਰ। ਕਿਸੇ ਮੇਰੇ ਖਿਆਲ ਐਡੀ ਜਲਦੀ ਇੰਟਰਵੈਂਸ਼ਨ ਹੋ ਜੇ ਸਾਡੀ ਕਰੰਸੀ ਦੀ ਉਸ ਪੱਧਰ ਤੇ ਚਲਾ ਜਾਏ, ਔਰ ਸਾਡੇ ਡਾਲਰ ਦੇ ਮੁਕਾਬਲੇ ਰੁਪਏ ਹਰ ਵਾਰ ਟੁੱਟਦਾ, ਰੁਪਈਆ ਕਦੇ ਗੇਨ ਕੀਤਾ ਕਿੰਨੇ ਸਮੇਂ ਦੇ ਤੋਂ ਲੈ ਕੇ, ਜਾਂ ਤਾਂ ਇਹ ਕਰੰਸੀ ਇਸ ਲੈਵਲ ਦੀ ਮਜ਼ਬੂਤ ਹੋ ਰਹੀ ਹੋਵੇ ਕਿ ਅਸੀਂ ਤਾਂ ਨੇੜੇ ਜਾ ਰਹੇ ਹਾਂ, ਹੁਣ 80 ਰੁਪਏ ਦੀ ਬਜਾਏ 60 ਤੇ ਆ ਗਏ ਆ, 40 ਤੇ ਆ ਗਏ ਆ, ਤੇ ਇਸ ਤੋਂ ਬਾਅਦ ਅਸੀਂ ਮਜ਼ਬੂਤ ਕਰ ਰਹੇ ਹਾਂ ਆਪਣੇ ਰੁਪਈਏ ਦੀ ਵੈਲਿਊ ਸਿਸਟਮ ਉਸ ਪੱਧਰ ਦੇ ਉੱਤੇ। ਇਹ ਗੱਲਾਂ ਨੂੰ ਵੀ ਮੇਰੇ ਖਿਆਲ ਹੈ ਗਲੋਬਲ ਵਪਾਰ ਤੇ ਬਿਜ਼ਨਸ ਦੇ ਮਾਮਲੇ 'ਚ ਤੇ ਤੁਹਾਡੀ ਈਵਨ ਸੱਤਾ ਦੇ ਮਾਮਲੇ 'ਚ ਵੀ ਪਰਖਿਆ ਜਾਂਦਾ ਹੈ। ਤੇ ਕਹਿਣ ਨਾਲ ਨਹੀਂ ਗੱਲਾਂ ਹੁੰਦੀਆਂ, ਤੱਥਾਂ ਦੇ ਆਧਾਰ ਤੇ ਪਰਖ ਕੇ ਹੀ ਕੋਈ ਚੀਜ਼ਾਂ ਚੱਲਦੀਆਂ ਨੇ। ਪਰ ਜਿਹੜਾ ਇਹ ਮਾਹੌਲ ਬਣ ਰਿਹਾ ਹੁਣ, ਜਿਹੜਾ ਖੁੱਲ ਰਿਹਾ ਸੀ ਕੰਟਰੀ ਦੇ ਨਾਲ, ਇੱਕ ਵਾਰ ਇਕਨੋਮੀ ਖੁੱਲ ਰਹੀ ਹੈ ਤਾਂ ਬੰਦਿਆਂ ਦਾ ਵੀ ਆਦਾਨ ਪ੍ਰਦਾਨ ਖੁੱਲਿਆ ਉਹਦੇ ਮੁਕਾਬਲੇ, ਔਰ ਜੇ ਬੰਦਿਆਂ ਦੇ ਆਦਾਨ ਪ੍ਰਦਾਨ ਤੇ ਥੋੜਾ ਬਹੁਤ ਰੋਕ ਲੱਗੂ, ਇਕਨੋਮੀ ਚਾਹੇ ਖੁੱਲੀ ਰਹੇ, ਤਾਂ ਉਹਦੇ ਨਾਲ ਡਿਵੈਲਪਿੰਗ ਕੰਟਰੀਜ਼ ਨੂੰ ਹਮੇਸ਼ਾ ਜ਼ਿਆਦਾ ਨੁਕਸਾਨ ਹੁੰਦਾ ਹੈ। ਕਿਉਂਕਿ ਜਿਵੇਂ ਪੰਜਾਬ ਰੋਕ ਲਾ ਦਿੰਦਾ ਸੀ, ਜੇ ਪੰਜਾਬ ਕਦੇ ਰੋਕ ਲਾਉਂਦਾ ਨਾ, ਜੇ ਬਿਹਾਰ ਤੋਂ ਨਾ ਆਵੇ ਫਲਾਨਾ, ਤਾਂ ਜਿਹੜੇ ਉਪਜੀਵਕਾ ਕਮਾਉਣ ਆਉਣ ਵਾਲੇ ਨੇ ਉਹਨਾਂ ਤੇ ਜ਼ਿਆਦਾ ਅਸਰ ਪੈਂਦਾ ਇਹਦੇ ਮੁਕਾਬਲੇ ਕਿ ਤੁਹਾਡੇ ਹੁਣ ਤੁਸੀਂ ਮੈਕਨਾਈਜੇਸ਼ਨ ਕਰ ਲੈਂਦੇ ਹੋ, ਬੜਾ ਕੁਝ ਕਰ ਲੈਂਦੇ ਹੋ, ਹੋਰ ਬਥੇਰੇ ਸਕੋਪ ਹੁੰਦੇ ਨੇ ਆਪਣੀ ਇਕਨੋਮੀ ਨੂੰ ਖੜਾ ਕਰਨ ਦੇ। ਪਰ ਇਸ ਗੱਲ ਨੂੰ ਧਿਆਨ ਦੇ ਵਿੱਚ ਬੜਾ ਜ਼ਰੂਰੀ ਹੈ ਰੱਖਣ ਦਾ, ਮਤਲਬ ਐ ਬਰਾਬਰ ਦੀਆਂ ਟਰਮਸ ਤੇ ਅਜੇ ਤੁਸੀਂ ਲੜ ਨਹੀਂ ਸਕਦੇ ਦੁਨੀਆ ਦੀ ਇਕਨੋਮੀ ਦੇ ਨਾਲ ਕਿਸੇ ਨਾ ਕਿਸੇ ਜੀ। ਸਰਦਾਰ ਜਗਤਾਰ ਸਿੰਘ ਜੀ, ਇੱਕ ਦਿਨ ਤੁਸੀਂ ਬੜੀ ਦਿਲਚਸਪ ਗੱਲ ਕਰ ਰਹੇ ਸੀ ਜਦੋਂ ਮੈਂ ਕਿਹਾ ਕਿ ਪਰ ਕੈਪੀਟਾ ਇਨਕਮ ਦੇ ਲਿਹਾਜ਼ ਨਾਲ, ਤਾਂ ਤੁਸੀਂ ਬੜਾ ਵਧੀਆ ਉਹ ਜ਼ਿਕਰ ਕੀਤਾ ਸੀਗਾ ਕਿ ਅੱਜ ਕੱਲ ਦੁਨੀਆ ਪਰ ਕੈਪੀਟਾ ਇਨਕਮ ਨੂੰ ਨਹੀਂ ਮੰਨਦੀ, ਕਿਉਂਕਿ ਜੇ ਅਸਾਵਾਂਪਣ ਵੇਖੀਏ, ਇੱਕ ਪਾਸੇ ਅੰਬਾਨੀ ਜਾਂ ਅਡਾਨੀ ਦੀ ਇਨਕਮ ਤੇ ਇੱਕ ਪਾਸੇ ਦਿਹਾੜੀ ਲਾਉਣ ਗਏ ਮਜ਼ਦੂਰ ਦੀ ਇਨਕਮ, ਉਹਨਾਂ ਦੋਨਾਂ ਨੂੰ ਕਲੱਬ ਕਰਕੇ ਮਤਲਬ ਇੱਕ ਐਵਰੇਜ ਕੱਢੀ ਜਾਂਦੀ ਹੈ, ਤਾਂ ਫਿਰ ਉਹਦੇ ਵਿੱਚ ਆਮ ਬੰਦੇ ਤੇ ਇੱਕ ਜਿਹੜਾ ਖੱਪਾ ਹੈ। ਇਸ ਕਰਕੇ ਅੱਜ ਕੱਲ ਲੋਕ ਇਹ ਨਹੀਂ ਵੇਖਦੇ ਕਿ ਅਮੀਰ ਤੇ ਗਰੀਬ ਦੇ ਪਾੜੇ ਦੇ ਵਿੱਚ ਹੀ ਤੁਸੀਂ ਇਹ ਪਰ ਕੈਪੀਟਾ ਦੇਖੋ। ਖੈਰ ਇਹ ਇੱਕ ਪਹਿਲੂ ਵੱਖਰਾ ਹੈ, ਪਰ ਮੈਂ ਜਿਹੜਾ ਮੇਰਾ ਸਵਾਲ ਇਹ ਹੈ ਕਿ ਜਦੋਂ ਤੁਸੀਂ ਕਹਿ ਰਹੇ ਹੋ ਕਿ ਨਿਊਯਾਰਕ ਟਾਈਮਜ਼ ਇਹ ਖਬਰ ਦੇ ਰਿਹਾ, ਉਸ ਤੋਂ ਬਾਅਦ ਇਹਦਾ ਮਤਲਬ ਹੈ ਕਿ ਇਹ ਪ੍ਰੈਸ਼ਰ ਵੱਧ ਗਿਆ ਕਿ ਇਹ ਜਿਹੜੇ I-5 ਸੀ ਇਹਨਾਂ ਦੇ ਵਿੱਚੋਂ US ਨੇ ਇਹ ਇਨਫੋਰਮੇਸ਼ਨ ਪਹਿਲੀ ਵਾਰੀ ਕੈਨੇਡਾ ਨਾਲ ਸ਼ੇਅਰ ਕੀਤੀ, ਮਤਲਬ ਇਹਦੇ ਵਿੱਚ ਪਹਿਲੀਆਂ ਲੱਭਤਾਂ ਫਾਈਂਡਿੰਗਸ ਅਮਰੀਕਾ ਦੀਆਂ ਸੀ। ਹੁਣ ਇਸ ਵੇਲੇ ਜੇ ਅਸੀਂ ਇਹਨਾਂ ਰਿਸ਼ਤਿਆਂ ਨੂੰ ਮੁੜ ਕੇ ਸਾਰਾ ਘੁਮਾ ਕੇ ਦੇਖੀਏ ਤੇ ਅਰੁਣਾਚਲ ਦੇ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਵੀਜ਼ਾ ਨਾ ਮਿਲਣਾ, ਉੱਥੇ ਸ਼ਮੂਲੀਅਤ ਨਾ ਕਰ ਸਕਣਾ, ਇੱਕ ਫਿਰ ਤਣਾਅ ਵੱਧ ਗਿਆ ਭਾਰਤ ਔਰ ਚੀਨ ਦੇ ਵਿੱਚ। ਸੋ ਇੱਕ ਪਾਸੇ ਤਣਾਅ ਉਧਰ ਵਧਿਆ, ਸੋ ਅਮਰੀਕਾ ਇਨ ਬਿਟਵੀਨ ਭਾਰਤ ਨੂੰ ਥੋੜਾ ਜਿਹਾ ਪ੍ਰੈਸ਼ਰਾਈਜ਼ ਕਰਨ ਦੀ ਸਥਿਤੀ 'ਚ ਹੋਊਗਾ ਵੀ, ਜਾਂ ਉਹਨਾਂ ਦੀ ਜੇ ਮਨਸ਼ਾ ਹੋਵੇ, ਚੀਜ਼ਾਂ ਇੱਕ ਵਾਰੀ ਫਿਰ ਰੀਡਿਜ਼ਾਈਨ ਕੀਤੀਆਂ ਜਾਣਗੀਆਂ, ਇੱਕ ਵਾਰੀ ਫਿਰ ਮੁੜ ਕੇ ਇਹ ਦੇਖਿਆ ਜਾਊਗਾ ਕਿ ਜਿਹੜੀ ਏਸ਼ੀਆ ਮਹਾਂਦੀਪ ਇੱਕ ਖਿੱਤਾ, ਇਹਦੇ ਵਿੱਚ ਜਿਹੜੀ ਪੋਲਿਟਿਕਸ ਹੈ ਔਰ ਇਹਦੇ ਵਿੱਚ ਜਿਹੜੀ ਗਰੁੱਪਿਜ਼ਮ ਹੈ, ਇਹਦੇ ਵਿੱਚ ਮੇਰੇ ਖੇਮੇ 'ਚ ਕੌਣ ਖੜਾ, ਦੂਜੇ 'ਚ ਕੌਣ। ਸੋ ਭਾਰਤ ਨੂੰ ਉਹਨਾਂ ਥਾਵਾਂ ਤੇ ਲਿਆਂਦਾ ਜਾਊਗਾ ਔਰ ਫਿਰ ਇੱਕ ਵਾਰੀ
ਚੀਜ਼ਾਂ ਥਾਂ ਸਿਰ ਹੋ ਜਾਣਗੀਆਂ? ਤੁਹਾਨੂੰ ਲੱਗਦਾ ਇੱਕ ਮਤਲਬ ਪ੍ਰੈਸ਼ਰ ਟੈਕਟਸ ਵਜੋਂ ਵੀ ਅਸੀਂ ਦੇਖ ਸਕਦੇ ਹਾਂ ਹਾਲਾਤ ਥੋੜੇ ਜਿਹੇ ਇਹਨਾਂ ਮਾਮਲਿਆਂ 'ਚ ਬਦਲਣਗੇ, ਕਿਉਂਕਿ ਆਖਿਰਕਾਰ ਤਾਂ ਹਿੱਤ ਸਭ ਤੋਂ ਵੱਡੇ ਵਾਲੇ ਹਿੱਤ ਨੂੰ ਅੱਗੇ ਰੱਖਿਆ ਜਾਂਦਾ, ਬਾਕੀ ਚੀਜ਼ਾਂ ਤੇ ਕਈ ਵਾਰੀ ਛੱਡ ਛੜਾ ਦਿੱਤੀਆਂ ਜਾਂਦੀਆਂ ਕਿ ਚਲੋ ਜੀ ਰਹਿਣ ਦਿਓ ਜੀ। ਕੀ ਕਹਿੰਦੇ? 2024 ਤੋਂ ਬਾਅਦ 2014 ਤੋਂ ਬਾਅਦ ਜੇ ਆਪਾਂ ਇਸ ਖਿੱਤੇ ਦੀ ਸਿਆਸਤ ਦੇਖੀਏ ਤੇ ਭਾਰਤ ਹੌਲੀ ਹੌਲੀ ਸਾਰਿਆਂ ਤੋਂ ਆਈਸੋਲੇਟ ਹੋ ਰਿਹਾ। ਪਾਕਿਸਤਾਨ ਨਾਲ ਇੱਕ ਰਿਸ਼ਤਾ ਪਹਿਲਾਂ ਕਿਸੇ ਸਟੇਜ ਤੇ ਆ ਕੇ ਠੀਕ ਹੋਣ ਲੱਗਿਆ ਸੀਗਾ ਤੇ ਹੌਲੀ ਹੌਲੀ ਫਿਰ ਵਿਗੜ ਗਿਆ। ਹੁਣ ਪੂਰੀ ਟੈਨਸ਼ਨ ਚੱਲ ਰਹੀ ਹੈ ਨਾਰਮਲਾਈਜੇਸ਼ਨ ਦੇ, ਹਜੇ ਕੋਈ ਸਕੋਪ ਹੈ ਨਹੀਂ, ਨਾ ਹੀ ਅਸੀਂ ਮੇਰੇ ਖਿਆਲ ਦੇ ਵਿੱਚ ਪਾਕਿਸਤਾਨ ਨਾਲ ਚਾਹੁੰਦੇ ਹਾਂ। ਜਿਸ ਦਿਨ ਚਾਹਾਂਗੇ ਉਸ ਦਿਨ ਇਹ ਵਾਹਗਾ ਬਾਰਡਰ ਖੁੱਲ ਜਾਏਗੀ ਮੇਰੇ ਖਿਆਲ ਦੇ ਵਪਾਰ ਵਾਸਤੇ। ਮੈਂ ਇੰਟਰਸਟਿੰਗ ਖਬਰ ਪੜ੍ਹੀ ਅੱਜ, ਨੇਪਾਲ ਉਹਨਾਂ ਦਾ ਪ੍ਰਾਈਮ ਮਿਨਿਸਟਰ ਗਿਆ ਆਪਣੇ ਏਸ਼ੀਅਨ ਖੇਡਾਂ ਤੇ ਗੇਮਸ ਤੇ ਉੱਥੇ ਚੀਨ, ਤੇ ਉਸ ਤੋਂ ਬਾਅਦ ਉਹਨਾਂ ਪ੍ਰਾਈਮ ਮਿਨਿਸਟਰ ਨੇ ਮੁਲਾਕਾਤ ਕੀਤੀ ਹੈ ਸ਼ੀ ਜਿਨਪਿੰਗ ਨਾਲ, ਚੀਨ ਦੇ ਪ੍ਰੈਜ਼ੀਡੈਂਟ ਨਾਲ, ਤੇ ਦੋਵਾਂ ਨੇ ਆਪਣਾ ਬੈਲਟ ਐਂਡ ਰੋਡ ਐਗਰੀਮੈਂਟ ਉਹ ਅੱਗੇ ਵਧਾਇਆ। ਈਵਨ ਨੇਪਾਲ ਵੀ ਜਿਹੜਾ ਕਿਸੇ ਵੇਲੇ ਵਰਚੁਅਲੀ, ਮੈਂ ਵਰਚੁਅਲੀ ਲਫ਼ਜ਼ ਵਰਤਦਾ, ਭਾਰਤ ਦਾ ਹਿੱਸਾ ਹੁੰਦਾ ਸੀਗਾ, ਇਕਨੋਮੀ ਵੀ ਸਭ ਕੁਝ ਵੀ ਖੁੱਲ੍ਹਾ ਆਉਣ ਜਾਣ ਸੀ, ਉਹ ਸਾਨੂੰ ਹੁਣ ਅੱਖਾਂ ਦਿਖਾਉਂਦਾ ਹੈ। ਸਾਡੇ ਰਿਸ਼ਤੇ ਐਸੇ ਹੈ। ਹੁਣ ਜਿਹੜੇ ਆਸੇ-ਪਾਸੇ ਤੁਹਾਡੇ ਆਈਲੈਂਡ ਨੇਸ਼ਨਸ ਹੈਗੀਆਂ ਉਹਨਾਂ ਨਾਲ ਵੀ ਸਾਡਾ ਕੋਈ ਰਿਸ਼ਤੇ ਕੋਈ ਬਹੁਤੇ ਵਧੀਆ ਨਹੀਂ। ਅਸੀਂ ਹੌਲੀ ਹੌਲੀ ਆਈਸੋਲੇਟ ਹੋਏ ਹਾਂ ਸਾਰੇ ਪਾਸਿਓਂ। ਸਾਨੂੰ ਉਸ ਕੰਟੈਕਸਟ ਦੇ ਵਿੱਚ ਇਹ ਗੱਲ ਦੇਖਣੀ ਚਾਹੀਦੀ ਹੈ। ਜਿਹੜੀ ਗੱਲ ਅਰੁਣਾਚਲ ਦੇ ਵਿੱਚ ਜਿਹੜੇ 3 ਉਹਨਾਂ ਪਲੇਅਰਸ ਨੂੰ ਜਿਹੜਾ ਵੀਜ਼ਾ ਇਹ ਚਾਹੁੰਦੇ ਸੀ ਉਹ ਨਹੀਂ ਦਿੱਤਾ। ਚੀਨ ਵਾਲੇ ਨੇ ਕਿਹਾ ਕਿ ਅਸੀਂ ਵੀਜ਼ਾ ਡਿਨਾਈ ਨਹੀਂ ਕਰ ਰਹੇ, ਲੇਕਿਨ ਅਸੀਂ ਜਿਹੜਾ ਵੀਜ਼ਾ ਅਸੀਂ ਦੇਣਾ ਚਾਹੁੰਦੇ ਹਾਂ ਤੁਹਾਨੂੰ ਉਹ ਤੇ ਆਉਣਾ ਪਏਗਾ 3 ਪਲੇਅਰਸ ਨੂੰ। ਬਾਕੀ ਪਲੇਅਰਸ ਵਾਸਤੇ ਜਿਹੜੇ ਅਰੁਣਾਚਲ ਪ੍ਰਦੇਸ਼ ਤੋਂ ਬਾਕੀ ਸਟੇਟਸ ਤੇ ਹੈ ਉਹਨਾਂ ਨੂੰ ਅਕ੍ਰੈਡੀਟੇਸ਼ਨ ਕਾਰਡ ਸਪੋਰਟਸ ਦਾ ਮਿਲਿਆ ਹੈ, ਲੇਕਿਨ ਇਹ 3 ਪਲੇਅਰਸ ਵਾਸਤੇ ਉਹਨਾਂ ਨੇ ਵੱਖਰਾ ਵੀਜ਼ੇ ਦੀ ਪੇਸ਼ਕਸ਼ ਕੀਤੀ ਜਿਹੜੀ ਇੰਡੀਆ ਗੌਰਮੈਂਟ ਨੇ ਰਿਜੈਕਟ ਕਰਤੀ, ਤੇ ਉਹਦੇ ਰੋਸ ਵਜੋਂ ਔਰ ਰਾਜ ਠਾਕੁਰ ਸਾਡੇ ਮੰਤਰੀ ਨਹੀਂ ਗਏ। ਜਿਹੜੀ ਗੱਲ ਬੇਸਿਕ ਹੈ ਉਹ ਇਸ ਰੀਜਨ ਦੇ ਵਿੱਚ ਇੰਡੀਆ ਦੀ ਜਿਹੜੀ ਇਸ ਵੇਲੇ ਰਿਲੇਸ਼ਨਸ਼ਿਪ ਹੈ ਉਹ ਕੋਈ ਬਹੁਤੀ ਵਧੀਆ ਨਹੀਂ ਹੈ। ਭਾਵੇਂ ਅਸੀਂ ਵਿਸ਼ਵ ਗੁਰੂ ਬਣਨ ਦੀ ਕੋਸ਼ਿਸ਼ ਕਰ ਰਹੇ ਸੀਗੇ, ਲੇਕਿਨ ਇਸ ਖਿੱਤੇ ਦੇ ਵਿੱਚੋਂ ਅਸੀਂ ਹੌਲੀ ਹੌਲੀ ਆਈਸੋਲੇਟ ਹੋਏ ਹੋਏ ਹਾਂ। G20 ਦੇ ਵਿੱਚ ਉਹ ਰਿਸ਼ਤੇ ਦੂਜੇ ਪਾਸੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਲੇਕਿਨ ਉਹ ਫਿਰ ਹਿੱਟ ਹੁੰਦੇ ਇਹਦੇ ਚ ਆ ਕੇ। ਸੋ ਉਹ ਆਸਪੈਕਟ ਦੇਖਣ ਵਾਲਾ, ਜੇ ਵਿਸ਼ਵ ਗੁਰੂ ਜਿਹੜੇ ਪਹਿਲਾਂ ਹੀ ਇੱਥੇ ਰੀਜਨ ਦੇ ਵਿੱਚ ਹਿੱਟ ਹੋਏ ਹੋਏ ਹੈ, ਸਾਡੀ ਸਿਰਫ ਬੰਗਲਾਦੇਸ਼ ਨਾਲ ਰਿਲੇਸ਼ਨਸ਼ਿਪ ਠੀਕ ਠਾਕ ਹੈ ਇਸ ਵੇਲੇ ਥੋੜੇ ਜਿਹੇ, ਬਾਕੀ ਸਾਰੇ ਟੈਨਸ਼ਨ ਚੱਲ ਰਹੀ ਹੈ। ਅੱਜ ਮਨੀਪੁਰ ਦੇ ਚੀਫ ਮਿਨਿਸਟਰ ਨੇ ਵੀ ਕਿਹਾ ਕਿ ਇਹ ਬਰਮਾ ਦੇ ਨਾਲ ਮਿਆਂਮਾਰ ਹੁਣ ਤਾਂ ਨਾ ਹੈ ਕਿ ਬਾਰਡਰ ਫੈਂਸਿੰਗ ਹੋਣੀ ਚਾਹੀਦੀ ਹੈ। ਉਹਨਾਂ ਦੀ ਬਹੁਤ ਲੰਬੀ ਬਾਰਡਰ ਹੈ, 3 ਜਿਹੜੇ ਨਾਰਥ ਈਸਟ ਦੇ ਸੂਬੇ ਉਹਨਾਂ ਨਾਲ ਉਸ ਮੁਲਕ ਦੀ ਬਾਰਡਰ ਲੱਗਦੀ ਹੈ। ਉਹ ਕਹਿੰਦੇ ਵੀ ਇਹਦੀ ਫੈਂਸਿੰਗ ਵੀ ਕਰੋ। ਸੋ ਉਹ ਖਿੱਤੇ ਰਿਲੇਸ਼ਨਸ਼ਿਪ ਜਿਹੜਾ ਟੈਂਸ ਚੱਲ ਰਿਹਾ ਸਾਰਾ। ਨਾਰਥ ਈਸਟ ਵਰਚੁਅਲੀ ਖੁੱਲ੍ਹਾ ਸੀ ਮਿਆਂਮਾਰ ਦੇ ਨਾਲ, ਰਸਤੇ ਇਹਨਾਂ ਦੇ ਉਹ ਵੀ ਸਾਰੇ ਬੰਦ ਹੋ ਜਾਣਗੇ। ਸੋ ਜਿਹੜੀ ਹਿੰਦੁਸਤਾਨ ਦੀ ਪੋਜੀਸ਼ਨ ਹੈ ਐਜ਼ ਰੀਜਨਲ ਪਾਵਰ ਉਹ ਅੰਡਰ ਕੁਐਸਚਨ ਆ ਰਹੀ ਹੈ। ਤੇ ਜੋ ਕੁਛ ਵੈਸਟਰਨ ਪਾਵਰ ਦੇ ਨਾਲ ਹੋ ਰਿਹਾ, ਦੇਖੋ ਵੈਸਟਰਨ ਪਾਵਰ ਸਾਰੀਆਂ ਲਾਈਨ ਅਪ ਹੋ ਗਈਆਂ ਇਸ ਮਾਮਲੇ ਤੇ, ਉਹ ਸਾਰੇ ਦੇ ਸਾਰੇ ਕੈਨੇਡਾ ਦੇ ਨਾਲ ਹੈ। ਸਾਡੇ ਨਾਲ ਹਿੰਦੁਸਤਾਨ ਦੇ ਹੱਕ ਦੇ ਵਿੱਚ ਇੱਕ ਹੀ ਮੁਲਕ ਦਾ ਹੁਣ ਤੱਕ ਬਿਆਨ ਨਹੀਂ ਆਇਆ। ਬੇਸਿਕ ਇਸ਼ੂ ਹੈ ਜੀ। ਇਹ ਕਾਫੀ ਦਿਲਚਸਪ ਡਿਵੈਲਪਮੈਂਟਸ ਹੋ ਰਹੀਆਂ ਨੇ। ਮੈਂ ਸਰਦਾਰ ਹਰਮੀਤ ਸਿੰਘ ਜੀ ਇੱਥੇ ਤੁਹਾਡੇ ਤੋਂ ਛੋਟੀ ਜਿਹੀ ਟਿੱਪਣੀ ਲੈ ਕੇ, ਕਿਉਂਕਿ ਮੈਂ ਦੂਜਾ ਇਸ਼ੂ ਤੁਹਾਡੇ ਤੋਂ ਲੈਣਾ ਚਾਹ ਰਿਹਾ। ਮੈਂ ਚਾਹੁੰਦਾ ਕਿ ਤੁਸੀਂ ਪੰਜਾਬ ਦੀ ਪੋਲਿਟਿਕਸ ਜਿਹੜੀ ਕਰਜ਼ਿਆਂ ਨੂੰ ਲੈ ਕੇ ਸਾਡੇ ਗਵਰਨਰ ਨੇ ਸ਼ੁਰੂ ਕੀਤੀ ਹੈ, ਅਸੀਂ ਉੱਤੇ ਜਾਈਏ। ਪਰ ਮੈਂ ਇੱਕ ਛੋਟੀ ਜਿਹੀ ਆਪਣੀ ਸਮਝ ਲਈ ਚਾਹੁੰਦਾ ਹੈ ਕਿ ਜਿਹੜੀ ਹੁਣ ਇਹ ਰਿਲੇਸ਼ਨਸ ਦੇ ਵਿੱਚ ਤਣਾਅ ਹੈ, ਜੇਕਰ ਕੱਲ ਨੂੰ ਇਸ ਖਿੱਤੇ ਦੇ ਵਿੱਚ ਭਾਰਤ ਅਮਰੀਕਾ ਦੀ ਪੈੜ ਦੇ ਵਿੱਚ ਆਪਣਾ ਪੈਰ ਰੱਖ ਲੈਂਦਾ, ਜੋ ਜਿਸ ਤਰ੍ਹਾਂ ਦੀ ਉਹ ਪੋਲਿਟਿਕਸ ਚਾਹੁੰਦੇ ਨੇ, ਜਾਂ ਜਿਸ ਤਰ੍ਹਾਂ ਦੇ ਇਸ ਯੂਕਰੇਨ ਜੰਗ ਦੇ ਵਿੱਚ ਉਹ ਚਾਹੁੰਦੇ ਆ ਕਿ ਭਾਰਤ ਦਾ ਸਟੈਂਡ ਹੋਵੇ, ਜਾਂ ਵਪਾਰ ਨੂੰ ਲੈ ਕੇ ਜਿਸ ਤਰ੍ਹਾਂ ਅਮਰੀਕਾ ਚਾਹੁੰਦਾ ਹੈ, ਮਤਲਬ ਇੱਕ ਸਰਦਾਰ ਵਾਂਗ ਹੀ ਵਿਚਰਨਾ ਚਾਹੁੰਦਾ। ਜੇ ਇਹ ਮੰਨ ਜਾਂਦੇ ਆ, ਚੀਜ਼ਾਂ ਸਾਰੀਆਂ ਥਾਂ ਸਿਰ ਆ ਜਾਂਦੀਆਂ, ਟਿਕਾਣੇ ਹੋ ਜਾਂਦੀਆਂ ਨੇ, ਤਾਂ ਫਿਰ ਜਿਹੜਾ ਇਹ ਮਾਮਲਾ ਹੁਣ ਉੱਠਿਆ ਹੋਇਆ ਮਨੁੱਖੀ ਅਧਿਕਾਰਾਂ ਦਾ ਔਰ ਦੂਜੇ ਦੇਸ਼ ਦੀ ਪ੍ਰਭੂ ਸੱਤਾ ਦਾ, ਕਿਸੇ ਦੇ ਇਹ ਜਿਹੜੇ ਸਬੂਤਾਂ ਦੀ ਗੱਲ ਹੋ ਰਹੀ ਹੈ, ਐਲੀਗੇਸ਼ਨਸ ਦੀ ਗੱਲ ਹੋ ਰਹੀ ਹੈ, ਫਿਰ ਇਹ ਤਾਂ ਵੱਟੇ ਖਾਤੇ ਪੈਣ ਦੀ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ। ਜੇ ਪਾਉਣਾ ਚਾਹਣ ਅਗਲੇ, ਜੇ US ਨੇ ਗੱਲ ਸ਼ੁਰੂ ਕੀਤੀ ਆ ਤਾਂ ਉਹ ਖਤਮ ਵੀ ਕਰ ਸਕਦੇ।
ਪਰ ਸਮੁੱਚੇ ਰੂਪ ਦੇ ਵਿੱਚ ਸਾਡੀ ਜਿਹੜੀ ਰਾਜਨੀਤੀ ਆ, ਇੱਥੇ ਰਾਜਨੀਤੀ ਆ ਪੋਲਰਾਈਜੇਸ਼ਨ ਵਾਲੀ ਬੜੀ ਵਾਰੀ ਹੋ ਜਾਂਦੀ ਆ, ਇਹਨੂੰ ਬੈਨੀਫਿਟ ਮਿਲ ਜਾਊਗਾ ਕਿ ਨਹੀਂ, ਕਿ ਜਾਂ ਇਹ ਵੀ ਡੈਮੇਜ ਹੋਇਆ। ਹਰ ਵਾਰੀ ਉਹੀ ਪੈਂਤੜੇ ਕਈ ਵਾਰੀ ਨਹੀਂ ਵੀ ਚੱਲਦੇ ਹੁੰਦੇ। ਤੁਹਾਨੂੰ ਲੱਗਦਾ ਹੈ ਕਿ 24 ਹੁਣ ਉਹਨੇ ਸੌਖੇ ਤਰੀਕੇ ਨਾਲ ਇਸ ਮੁੱਦੇ ਤੇ ਅੱਗੇ ਵਧੀ ਜਾ ਸਕਦੇ ਜੀ? ਅਸਲ 'ਚ ਇੱਕ ਗੱਲ ਤਾਂ ਹੈ ਕਿ ਹਿਊਮਨ ਰਾਈਟਸ ਦੀ ਕੋਈ ਬਹੁਤ ਜ਼ਿਆਦਾ ਕਦਰ ਕਰਨ ਲਈ ਅਮਰੀਕਾ ਜਾਣਿਆ ਜਾਂਦਾ ਜਾਂ ਕੈਨੇਡਾ, ਇਹ ਕੋਈ ਬਾਹਲਾ ਗੱਲ ਨਹੀਂ ਹੈ, ਕਿਉਂਕਿ ਇਰਾਕ ਤੇ ਅਫਗਾਨਿਸਤਾਨ 'ਚ ਬਾਕੀ ਜਗ੍ਹਾ ਜੋ ਕੁਝ ਕੀਤਾ ਬਾਹਰ, ਔਰ ਜਿਹੜੀਆਂ ਰਿਪੋਰਟਾਂ ਸਾਹਮਣੇ ਵੀ ਆ ਗਈਆਂ ਸਾਰੀਆਂ ਕਿ ਉਹ ਸਾਰਾ ਫਰਾਡ ਸੀ, ਕੋਈ ਮਾਸ ਡਿਸਟਰਕਸ਼ਨ ਦਾ ਇਰਾਕੀਆਂ ਕੋਲ ਇਹੋ ਜਿਹਾ ਐਮਨੀਸ਼ਨ ਨਹੀਂ ਸੀ। ਉਹਨਾਂ ਦੀਆਂ ਆਪਣੀਆਂ ਰਿਪੋਰਟਾਂ ਦੇ ਵਿੱਚ ਇਹ ਗੱਲਾਂ ਸਾਹਮਣੇ ਆਈਆਂ ਨੇ। ਹਾਂ, ਪਰ ਇੱਕ ਗੱਲ ਹੈ ਕਿ ਉਹ ਇਨਰ ਸੁਸਾਇਟੀ ਚੱਪਦੀ, ਅੰਦਰੂਨੀ ਸੁਸਾਇਟੀ ਦੇ ਵਿੱਚ ਇੱਕ ਹੈ ਗਲੋਬਲ ਹੈ ਜੇ ਇਨਸਾਨੀ ਹਿਊਮਨ ਰਾਈਟਿਸਟ ਹੋਣਾ ਤੇ ਤੁਸੀਂ ਉਹਦੇ ਤੇ ਕਦਰ ਕਰਨੀ। ਉਹ ਬਾਹਰਲੇ ਦੇ ਹਿਊਮਨ ਰਾਈਟਸ ਦੀ ਉਸ ਲੈਵਲ ਤੇ ਕਦਰ ਨਹੀਂ ਕਰਦੇ, ਪਰ ਆਪਣੇ ਸਿਟੀਜ਼ਨ ਦੀ ਜਿਹੜੇ ਹਿਊਮਨ ਰਾਈਟਸ ਦੀ ਕਦਰ ਹੈ ਉਹ ਸਾਡੇ ਨਾਲੋਂ ਕਿਤੇ ਬਿਹਤਰ ਮਤਲਬ ਕਰਦੇ ਨੇ। ਤੇ ਉਹਦੇ ਲਈ ਇਸੇ ਲਈ ਇੱਕ ਸਿੰਗਲ ਬੰਦੇ ਲਈ ਵੀ ਸਟੈਂਡ ਉਹਨਾਂ ਲਈ, ਉਹਨਾਂ ਦੀ ਜਾਨ ਮਾਨੇ ਰੱਖਦੀ ਹੈ ਆਪਣੇ ਇੱਕ ਸਿਟੀਜ਼ਨ ਦੀ, ਤੇ ਉਹ ਪੰਗਾ ਦੇਸਾਂ ਦੇ ਪੱਧਰ ਤੇ ਵੀ ਲਿਆ ਜਾਂਦਾ ਤੇ ਕਈ ਵਾਰ ਉਹ ਹੋ ਜਾਂਦਾ। ਉਸ ਕਹਿੰਦੇ ਨੇ ਕਿ ਅਮਰੀਕਨ ਇੱਕ ਸਿਪਾਹੀ ਕਿਤੇ ਮਾਰਿਆ ਜਾਵੇ ਤਾਂ ਬੜਾ ਤਰਥੱਲੀ ਮਚ ਜਾਂਦੀ ਹੈ ਕੋਈ ਹੋਰ ਦੇਸ਼ ਇਹੋ ਜਿਹਾ ਕੋਈ ਗੱਲ ਕਰੇ, ਕਿਉਂਕਿ ਉਹਦੇ ਅੰਦਰ ਸੁਸਾਇਟੀ ਦਾ ਪ੍ਰੈਸ਼ਰ ਐਡਾ ਵੱਡਾ ਹੁੰਦਾ। ਉਹਦਾ ਮਾਈਂਡਸੈਟ ਹੁੰਦਾ ਵੀ ਸਾਡਾ ਨੁਕਸਾਨ ਨਹੀਂ ਹੋਣਾ ਚਾਹੀਦਾ, ਬਾਹਰ ਚਾਹੇ ਜੋ ਵੀ ਹੁੰਦਾ ਤਾਂ ਇੱਕ ਅਲੱਗ ਗੱਲ ਹੈ। ਹੁਣ ਜਿਹੜਾ ਇਹ ਸਾਰੇ ਮਾਹੌਲ ਦਾ ਇੱਕ ਹਿਊਮਨ ਰਾਈਟਸ ਦੇ ਇਸ਼ੂ ਦਾ ਸਾਡੇ ਤੇ ਜੋ ਅਸਰ ਹੈ ਜਾਂ ਇੰਡੀਆ ਨਾਲ ਹੋਊਗਾ, ਇੰਡੀਆ 'ਚ ਅਜੇ ਪ੍ਰੀਮੈਚੁਰ ਸਾਡੇ ਕੋਲ ਪੋਲਰਾਈਜੇਸ਼ਨ ਬੜੀ ਜਲਦੀ ਹੋ ਜਾਂਦੀ ਹੈ ਇਹਨਾਂ ਚੀਜ਼ਾਂ ਦੇ ਵਿੱਚ। ਸਾਡੇ ਕਾਫੀ ਸਮੇਂ ਤੋਂ ਤਾਂ ਲੱਗਿਆ ਹੋਇਆ ਇੱਕ ਮਾਹੌਲ, ਤੇ ਤੁਸੀਂ ਦੇਖ ਲਓ ਕਿ ਰੀਅਲ ਅੰਡਰਸਟੈਂਡਿੰਗ ਨਹੀਂ ਸੀ। 84 ਤੋਂ ਬਾਅਦ ਕਾਂਗਰਸ ਪੋਲਰਾਈਜ਼ ਕਰਨ 'ਚ ਤਿਆਰ ਹੋ ਮਤਲਬ ਕਾਮਯਾਬ ਹੋ ਗਈ ਸੀ, ਬੀਜੇਪੀ 14 ਤੇ 19 'ਚ ਕਾਮਯਾਬ ਹੋ ਹੀ ਗਈ ਹੈ ਇੱਕ ਦੂਜੇ। ਹੁਣ ਉਹੀ ਫਾਰਮੂਲਾ ਕਿਸੇ ਦੂਜੇ ਜਗ੍ਹਾ ਅਜਮਾਉਣ ਦਾ ਗੱਲ ਹੈ ਕਿ ਕੀ ਇਹ ਅਜਮਾ ਕੇ ਚੱਲ ਸਕਦਾ। ਪਰ ਇੱਕ ਗੱਲ ਜ਼ਰੂਰ ਹੋਈ ਹੈ ਇਹਦੇ 'ਚ, ਕਿਉਂਕਿ ਸਾਡੀ ਸਰਕਾਰ ਨੇ ਇੱਕ ਵਾਰ ਚਾਹਿਆ ਸੀ ਕਿ G20 ਨੇ ਸਾਡੀ ਬੱਲੇ ਬੱਲੇ ਕਰਾ ਦੇਣੀ, ਅਸੀਂ ਗਲੋਬਲ ਲੀਡਰ ਦੇ ਤੌਰ ਤੇ ਅਮਰਜ ਕਰਾਂਗੇ। ਉਹਦੇ ਆਧਾਰ ਤੇ ਫਿਰ ਅਸੀਂ ਆ ਜਿਹੜਾ 5 ਦਿਨਾਂ ਦਾ ਸੈਸ਼ਨ ਹੋਏਗਾ, ਇਹ 'ਚ ਬੱਲੇ ਬੱਲੇ 75 ਸਾਲ ਦੀ ਅਸੀਂ ਕਰਾਂਗੇ ਤੇ ਇੱਥੇ ਆ ਕੇ ਤੋੜਾਂਗੇ। ਇੱਕ ਤਾਂ ਉਹ ਵੀ ਸੈਸ਼ਨ ਐਵੇਂ ਲੰਘ ਗਿਆ, ਕੋਈ ਰੈਡੀਕਲ ਗੱਲ ਨਹੀਂ ਹੋਈ ਉਹਦੇ 'ਚ, ਜਿਹਦੇ 'ਚ ਇਹ ਲੱਗਦਾ ਆ ਵੂਮਨ ਵਾਲੇ ਬਿੱਲ ਤੋਂ ਇਲਾਵਾ ਕੇਵਲ ਉਹ ਵੀ ਮੇਰੇ ਖਿਆਲ ਮਜਬੂਰੀ 'ਚ ਅੱਗੇ ਲੈ ਲਿਆਉਣਾ ਪਿਆ ਉਸ ਪੱਧਰ ਦੇ ਉੱਤੇ ਜਾ ਕੇ। ਤੇ ਦੂਜਾ ਇਹ ਹੈ ਕਿ G20 ਸਗੋਂ ਪੰਗਾ ਪੈ ਗਿਆ ਜ਼ਿਆਦਾ ਉਲਟਾ, ਤੇ ਜਿਹੜੇ ਕੰਟਰੀ ਆਏ ਤੇ ਉਹਨਾਂ ਦੇ ਪ੍ਰੈਜ਼ੀਡੈਂਟਾਂ ਨੇ, ਜੀ ਬਾਈਡਨ ਨੇ ਜਾ ਕੇ ਵੀਅਤਨਾਮ 'ਚ ਪ੍ਰੈਸ ਕਾਨਫਰੰਸ ਕਰਤੀ, ਉਹ ਕਹਿੰਦਾ ਮਿਨੋਰਟੀ ਹਿਊਮਨ ਰਾਈਟਸ ਤੇ ਸਾਰੇ ਮਾਮਲਿਆਂ ਦੇ ਵਿੱਚ ਤੁਹਾਡਾ ਨਹੀਂ ਹੈ ਠੀਕ ਕੰਮ। ਔਰ ਜਸਟਨ ਟਰੂਡੋ ਨੇ ਜਾ ਕੇ ਉਸ ਤੋਂ ਬਾਅਦ ਇਹ ਸਾਡੇ ਸਾਹਮਣੇ ਹੋ ਗਿਆ। ਇਸ ਲਈ ਉਹ ਵੀ ਕੰਮ ਜਿਹੜਾ ਚੱਲਿਆ ਨਹੀਂ, ਖਾਸ ਤੌਰ ਤੇ ਇੰਡੀਆ ਅਲਾਇੰਸ ਤੋਂ ਬਾਅਦ ਕਈ ਚੀਜ਼ਾਂ ਹੁੰਦੀਆਂ ਨੇ। ਪਰ ਇਹ ਜਿਹੜਾ ਮੁੱਦਾ ਹੁਣ ਕੈਨੇਡਾ ਦਾ, ਇਹ ਤੇ ਇੰਡੀਆ ਅਲਾਇੰਸ ਵੀ ਸਾਇਲੈਂਟ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਕੋਈ ਸਦੀ ਹੋਈ ਉਸ ਲੈਵਲ ਦੀ ਸਟੇਟਮੈਂਟ ਵੀ ਕਿਤੇ ਨਹੀਂ ਨਜ਼ਰ ਆਈ ਕਿ ਕਿਸ ਲੈਵਲ ਦੀ ਹੋਣੀ ਚਾਹੀਦੀ ਹੈ, ਕਿਉਂਕਿ ਸ਼ਾਇਦ ਇਸ ਕਰਕੇ ਹੈ ਕਿ ਸਾਡੇ ਇੱਕ ਅਨਰਿਟਨ ਜਾਂ ਐਗਰੀਮੈਂਟ ਵੀ ਹੈ ਵੀ ਫੋਰਨ ਪਾਲਿਸੀ ਤੇ ਜੋ ਵੀ ਹੁੰਦਾ ਉਹਦੇ ਤੇ ਜੀ ਐਵੇਂ ਹੀ ਰੱਖਣਾ ਚਾਹੀਦਾ। ਪਰ ਇਦੋਂ ਪਹਿਲਾਂ ਰਾਹੁਲ ਗਾਂਧੀ ਬੜੀ ਵਾਰ ਫੋਰਨ ਪਾਲਿਸੀ ਤੇ ਬੋਲਦੇ ਰਹੇ ਵੱਖ-ਵੱਖ ਥਾਵਾਂ ਤੇ ਜਾ ਕੇ, ਈਵਨ ਬਾਹਰ ਜਾ ਕੇ ਵੀ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚ ਵੱਖ-ਵੱਖ ਥਾਵਾਂ ਤੇ ਬੰਦਿਆਂ ਨੂੰ ਮਿਲ ਕੇ ਵੀ, ਤੇ ਉਹ ਕਹਿੰਦੇ ਰਹੇ ਕਿ ਸਾਡੇ ਦੇਸ਼ 'ਚ ਆ ਹੋ ਰਿਹਾ ਆ ਨਹੀਂ ਹੋ ਰਿਹਾ। ਜਦੋਂ ਮਤਲਬ ਬੀਜੇਪੀ ਦੇ ਲੀਡਰ ਇਹ ਕਹਿੰਦੇ ਰਹੇ ਕਿ ਬਾਹਰ ਜਾ ਕੇ ਬਦਨਾਮੀ ਕਰ ਰਿਹਾ ਸਾਡੇ ਦੇਸ਼ ਦੀ ਔਰ ਉਹ ਗਲਤ ਹੋ ਰਿਹਾ, ਉਦੋਂ ਇਹ ਡਿਬੇਟ ਚੱਲਦੀ ਸੀ। ਹੁਣ ਇਹ ਡਿਬੇਟ ਸਾਡੇ ਕੰਟਰੀ ਲੈਵਲ ਤੇ ਮੇਰਾ ਖਿਆਲ ਹੈ ਇੱਕ ਲੈਵਲ ਦਾ ਇਹ ਵੀ ਵੱਡਾ ਸੰਕੇਤ ਹੈ ਕਿ ਨਹੀਂ ਹੈ ਕੋਈ ਵੱਡੀ ਇਸ ਗੱਲ ਤੇ ਹੋ ਰਹੀ ਕਿ ਕੀ ਉਹ ਕੋਈ ਨਵੀਂ ਗੱਲ ਕਹਿ ਸਕਦੇ ਨੇ, ਕਹਿਣ ਜਾਂ ਨਾ ਕਹਿਣ, ਜਾਂ ਹਿਊਮਨ ਰਾਈਟਸ ਦੇ ਇਸ਼ੂ ਨੂੰ ਹੀ ਨਵੇਂ ਸਿਰੇ ਤੋਂ ਲੈਣ। ਇਹ ਕਾਫੀ ਮਤਲਬ ਅਜੇ ਕੰਪਲੈਕਸ ਇਸ਼ੂ ਹੈ। ਸ਼ਾਇਦ ਅਗਲੇ ਦਿਨਾਂ 'ਚ ਕੁਝ ਗੱਲਾਂ ਤਰਕੇ ਹੋਰ ਸਾਹਮਣੇ ਆਉਣ ਇਸ ਮੱਥਾਪੱਚੀ ਤੋਂ ਬਾਅਦ ਜਿਹੜੀਆਂ ਦੇਖੀਆਂ ਜਾਣਗੀਆਂ। ਜੀ ਸਰਦਾਰ ਜਗਤਾਰ ਸਿੰਘ ਜੀ, ਆਪਾਂ ਹੁਣ ਉਸੇ ਹੀ ਕੰਟੀਨਿਊਟੀ 'ਚ ਚਲੇ ਜਾਂਦੇ ਆ। ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਪਾਪ ਤੇ ਪਾਰਾ ਕਦੇ ਲੁਕਦਾ ਨਹੀਂ। ਹੁਣ ਉਹਨਾਂ ਨੇ ਇਹ ਸਿੱਧਾ ਸਵਾਲ ਗਵਰਨਰ ਦੀ ਚਿੱਠੀ ਦੇ ਆਧਾਰ ਤੇ ਉਠਾਇਆ ਬਈ ਗਵਰਨਰ ਦੀ ਚਿੱਠੀ 'ਚ ਸਵਾਲ ਬੜੇ ਅਹਿਮ ਨੇ ਤੇ ਭਗਵੰਤ ਮਾਨ ਜੀ ਨੂੰ ਪੀੜ੍ਹੀਆਂ ਦੇ ਨਜ਼ਰੀਏ ਤੋਂ, ਆਉਣ ਵਾਲੀਆਂ ਪੀੜ੍ਹੀਆਂ ਦੇ ਨਜ਼ਰੀਏ ਤੋਂ ਇਹਨਾਂ ਸਵਾਲਾਂ ਨੂੰ ਐਡਰੈਸ ਕਰਨਾ ਚਾਹੀਦਾ, ਇਹਨਾਂ ਦੇ ਜਵਾਬ ਦੇਣੇ ਚਾਹੀਦੇ ਆ। ਮਤਲਬ ਉਹ ਤਾਂ ਅੰਕੜਿਆਂ 'ਚ ਜਾਣ ਦੀ ਗੱਲ ਹੈ ਕਿ ਅਸੀਂ ਕਿੰਨੀ ਨਿਰਧਾਰਤ ਰੇਸ਼ੋ ਹੈ ਸਾਨੂੰ ਕਰਜ਼ਾ ਲੈਣ ਦੀ ਤੇ ਅਸੀਂ ਕਿੰਨਾ ਲੈ ਰਹੇ ਹਾਂ, ਅਸੀਂ ਰਾਸ਼ਟਰੀ ਔਸਤ ਨਾਲੋਂ ਕਿੰਨਾ ਲੈ ਰਹੇ ਹਾਂ, ਤੇ ਉਹ ਸਾਰੀਆਂ ਗੱਲਾਂ। ਪਰ ਜਿਹੜੀ ਮੋਟੀ ਪਰਸੈਪਸ਼ਨ ਹੈ ਪੰਜਾਬ ਦੇ ਲੋਕਾਂ 'ਚ ਕਿ ਸਾਡੀਆਂ ਸਰਕਾਰਾਂ ਨੇ ਸਾਨੂੰ ਕਰਜ਼ਾਈ ਕਰਤਾ, ਔਰ ਇਹ ਕਰਜ਼ਾ ਪਿਛਲੀਆਂ 4-5 ਸਰਕਾਰਾਂ ਤੋਂ ਬੜੀ ਤੇਜ਼ੀ ਨਾਲ ਵਧਿਆ। ਇਹਨਾਂ ਦੇ ਸਮੇਂ ਦੇ ਵਿੱਚ 50,000 ਕਰੋੜ ਦਾ ਕਰਜ਼ਾ ਵਧਿਆ। ਇਹ ਸਵਾਲ ਉੱਠਿਆ। ਹੁਣ ਅਜੇ ਤੱਕ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਨਹੀਂ ਹੋਇਆ। ਮੰਨ ਲਓ ਹਰਪਾਲ ਚੀਮਾ ਨੇ ਇਹ ਤਾਂ ਕਿਹਾ
ਕਿ ਗਵਰਨਰ ਨੂੰ ਇਹ ਸਵਾਲ ਨਹੀਂ ਉਠਾਉਣਾ ਚਾਹੀਦਾ, ਉਹਨਾਂ ਨੂੰ ਪੁਰਾਣੀਆਂ ਰਾਜਨੀ ਸੇਵਾ ਵਾਲੇ ਪਾਸੇ ਜਾਣਾ ਚਾਹੀਦਾ ਹੈ, ਪਰ ਇਹ ਨਹੀਂ ਕਿਹਾ ਕਿ ਅਸੀਂ ਨਹੀਂ ਚੱਕਿਆ। ਇਹਦਾ ਮਤਲਬ ਹੈ ਕਿ ਕਰਜ਼ੇ ਦੀ ਜਿਹੜੀ ਤਾਦਾਦ ਆ 1.5 ਸਾਲ 'ਚ ਉਹ ਹੈ। ਤਾਂ ਤੁਸੀਂ ਇਹਨੂੰ ਕਿਵੇਂ ਸਮਝ ਰਹੇ ਹੋ? ਇੱਕ ਵੱਡੀ ਬਹਿਸ ਬਣ ਰਹੀ ਆ ਔਰ ਪੰਜਾਬ ਦੇ ਵਿੱਚ ਸ਼ਾਇਦ 24 ਨੂੰ ਲੈ ਕੇ ਇਹ ਚੀਜ਼ਾਂ ਵੀ ਸਾਹਮਣੇ ਆਉਣਗੀਆਂ। ਇਸ ਸਰਕਾਰ ਨੂੰ ਦੱਸਣਾ ਬਣਦਾ ਹੈ ਕਿ ਕਰਜ਼ ਲੈਣ ਲਈ ਤੁਸੀਂ ਕੀ ਪਹਿਲੇ ਵਿਆਜ ਨੂੰ ਚੁਕਾਉਣ ਲਈ ਕਰਜ਼ਾ ਲਿਆ ਸਿਰਫ, ਜਾਂ ਤੁਸੀਂ ਲੋਕਾਂ ਨੂੰ ਖਰਾਤ ਦੇਣ ਲਈ ਕਰਜ਼ਾ ਲਿਆ? ਮਤਲਬ ਜਿਹੜੀ ਚੀਜ਼ ਲੋਕ ਮੰਗਦੇ ਨਹੀਂ, ਮੋਟੇ ਤੌਰ ਤੇ ਇਹ ਗੱਲ ਮੰਨੀ ਜਾਂਦੀ ਆ ਮਾਹਿਰਾਂ ਦੇ ਵਿੱਚ, ਆਮ ਲੋਕਾਂ 'ਚ ਵੀ, ਕਿ ਅਸੀਂ ਕਦੋਂ ਬਿਜਲੀ ਫ੍ਰੀ ਮੰਗੀ, ਅਸੀਂ ਕਦੋਂ ਫਲਾਂ ਚੀਜ਼ ਮੰਗੀ। ਸੋ ਲੋਕਾਂ ਨੂੰ ਚਾਹੀਦਾ ਰੁਜ਼ਗਾਰ, ਅਮਨ ਕਾਨੂੰਨ, ਸਥਿਤੀ ਚੰਗੀ ਹੋਵੇ ਹਰ ਤਰ੍ਹਾਂ ਦੀ ਸਾਡੇ ਕੋਲ ਇਨਫਰਾਸਟ੍ਰਕਚਰ ਦੇ ਨਜ਼ਰੀਏ ਤੋਂ, ਪਰ ਸਾਨੂੰ ਕੀ ਦਿੱਤਾ ਜਾਂਦਾ? ਜੋ ਸਰਕਾਰਾਂ ਦੀ ਮਰਜ਼ੀ ਆ, ਸਿਆਸੀ ਪਾਰਟੀਆਂ ਦੀ ਮਰਜ਼ੀ ਆ। ਤੇ ਫਿਰ ਜਾਂ ਤਾਂ ਉਹ ਕੋਈ ਹੋਰ ਪਾਸਿਓਂ ਲਿਆ ਰਹੇ ਹੁਣ ਪੈਸੇ ਵੀ ਲੋਕਾਂ ਦਾ ਹੀ ਤੇ ਲੋਕਾਂ ਨੂੰ ਦਿੱਤੇ ਜਾ ਰਹੇ। ਸੋ ਜਿਹੜਾ ਇਹ ਬਹਿਸ ਵੱਡੀ ਹੋ ਗਈ, ਤੁਸੀਂ ਕਿਵੇਂ ਲੈ ਰਹੇ ਹੋ? ਪੰਜਾਬ ਦੇ ਕਰਜ਼ੇ ਦਾ ਇਸ਼ੂ ਤਾਂ ਬੜਾ ਪੁਰਾਣਾ ਹੈ। ਦੋ ਲੀਡਰ ਜਿਹੜੇ ਬਹੁਤ ਜ਼ੋਰ ਸ਼ੋਰ ਨਾਲ ਕਿਸੇ ਵੇਲੇ ਇਹ ਇਸ਼ੂ ਟੇਕ ਅਪ ਕਰਦੇ ਸੀ ਜੀ। ਇੱਕ ਤਾਂ ਤੁਸੀਂ ਨਾਂ ਲਿਆ ਹੀ ਹੈ ਨਵਜੋਤ ਸਿੰਘ ਸਿੱਧੂ ਜੀ, ਤੇ ਦੂਸਰੇ ਸਰਦਾਰ ਮਨਪ੍ਰੀਤ ਸਿੰਘ ਬਾਦਲ। ਦੋਵਾਂ ਨੇ ਆਪਣੀ ਪਾਰਟੀ ਬਣਾ ਕੇ ਵੀ ਦੇਖ ਲਈ, ਏਜੰਡਾ ਵੀ ਵਧੀਆ ਲੈ ਕੇ ਤੁਰੇ ਸੀਗੇ। ਦੋਵਾਂ ਦੀ ਪਾਰਟੀ ਨਹੀਂ ਚੱਲ ਸਕੀ ਤੇ ਮੁੜ ਕੇ ਮੇਨ ਸਟ੍ਰੀਮ ਪਾਰਟੀਆਂ 'ਚ ਵਾਪਸ ਆ ਗਏ ਸੀਗੇ। ਇਸ਼ੂ ਕਰਜ਼ੇ ਦਾ ਪੰਜਾਬ ਦਾ ਬੜਾ ਵੱਡਾ ਹੈ। ਤੇ ਜੇ ਆਪਾਂ ਦੇਖੀਏ 2017 ਦੇ ਇਲੈਕਸ਼ਨ ਦੇ ਵਿੱਚ ਕਾਂਗਰਸ ਨੇ ਐਸ ਸੱਚ ਇਹਨੂੰ ਬਹੁਤ ਵੱਡੇ ਇਸ਼ੂ ਦੇ ਤੌਰ ਤੇ ਪੇਸ਼ ਕੀਤਾ ਸੀਗਾ। ਸ਼ੁਰੂ ਦੇ ਵਿੱਚ ਅਕਾਲੀਆਂ ਦੀ ਸਰਕਾਰ ਸੀ ਜੋ 2007 ਦੇ ਵਿੱਚ, ਤੇ ਉਹ ਕਹਿਣਾ ਸ਼ੁਰੂ ਕਰਤਾ ਬਈ ਇਹਦੀ ਜੜ ਜਿਹੜੀ ਹੈਗੀ ਹੈ, ਜਿਹੜਾ ਸਪੈਸ਼ਲ ਟਰਮ ਲੋਨ ਮਿਲੀਟੈਂਸੀ ਵੇਲੇ ਪੰਜਾਬ ਨੇ ਲਿਆ ਸੀ ਕੇਂਦਰ ਤੋਂ, ਉਹ ਕਰਜ਼ਾ ਹੈ। ਉਹ ਬਾਅਦ ਦੇ ਵਿੱਚ ਹੌਲੀ ਹੌਲੀ ਫਿਕਰ ਸਾਹਮਣੇ ਆਈ ਕਿ ਉਹ ਕਰਜ਼ਾ ਤਾਂ ਸਾਰਾ ਮਾਫ ਹੋ ਗਿਆ ਸੀਗਾ ਜੀ, ਹੌਲੀ ਹੌਲੀ। ਉਹ ਸਾਰਾ ਰਿਕਾਰਡ ਪਿਆ ਹੈ। ਸਰਕਾਰ, ਇਹ ਪੋਲੀਟੀਕਲ ਸਿਆਸੀ ਪਾਰਟੀਆਂ ਉਸ ਮਾਮਲੇ 'ਚ ਉਸ ਵੇਲੇ ਮਿਸਲੀਡ ਕਰਦੀਆਂ ਰਹੀਆਂ। ਇੱਕ ਸਟੇਜ ਤੇ ਆ ਕੇ ਵਿਧਾਨ ਸਭਾ ਦੇ ਵਿੱਚ ਵੀ ਰਿਕਾਰਡ ਆਇਆ ਸੀਗਾ। ਹੁਣ ਪਿੱਛੇ 2-3 ਸਾਲ ਪਹਿਲਾਂ ਵੀ ਅਖਬਾਰਾਂ 'ਚ ਪੂਰੀ ਦੀ ਪੂਰੀ ਡਿਟੇਲ ਉਹਦੀ ਆਈ ਸੀ ਕਿਸ ਵੇਲੇ ਕਿੰਨੀਆਂ ਕਿਸ਼ਤਾਂ ਮਾਫ ਹੋਈਆਂ। ਇਸ਼ੂ ਉਹ ਨਹੀਂ ਸੀਗਾ। 1997 ਤੋਂ ਬਾਅਦ ਲਗਾਤਾਰ ਇਹ ਕਰਜ਼ਾ ਵੱਧਦਾ ਜਾ ਰਿਹਾ ਹੈ। 1997 ਦੇ ਵਿੱਚ ਫ੍ਰੀ ਪਾਵਰ ਦਾ ਕੰਮ ਸ਼ੁਰੂ ਹੋਇਆ ਸੀਗਾ। ਪੰਜਾਬ ਦਾ ਦੁਖਾਂਤ ਇਹ ਹੈ ਕਿ ਮਿਲੀਟੈਂਸੀ ਵੇਲੇ ਰਿਸੋਰਸ ਮੋਬਿਲਾਈਜੇਸ਼ਨ ਬਿਲਕੁਲ ਨਹੀਂ ਹੋਈ। 1997 ਦੇ ਵਿੱਚ ਜਦੋਂ ਸਰਕਾਰ ਆਈ ਹੈ ਅਕਾਲੀ ਦਲ ਦੀ, ਫ੍ਰੀ ਪਾਵਰ ਤਾਂ ਕਰਤੇ ਟਿਊਬਵੈੱਲ ਵਾਸਤੇ, ਰਿਸੋਰਸ ਮੋਬਿਲਾਈਜੇਸ਼ਨ ਫਿਰ ਵੀ ਨਹੀਂ ਹੋਈ। ਸੋ ਇਹ ਹੌਲੀ ਹੌਲੀ ਕਰਜ਼ਾ ਚੱਕਣ ਦੀ ਇੱਕ ਆਦਤ ਬਣ ਗਈ। ਤੁਸੀਂ ਪਿਛਲੇ 1997 ਤੋਂ ਬਾਅਦ ਤੁਸੀਂ ਦੇਖੋ ਵੀ ਰਿਸੋਰਸ ਮੋਬਿਲਾਈਜੇਸ਼ਨ ਕਿੰਨੀ ਹੋਈ ਹੈ ਤੇ ਕਰਜ਼ਾ ਕਿੰਨਾ ਚੱਕਿਆ ਗਿਆ ਜੀ। ਜੇ ਤੁਹਾਡੇ ਕੋਲ ਆਮਦਨ ਨਹੀਂ ਹੈ ਤੇ ਤੁਸੀਂ ਕਰਜ਼ਾ ਕਿਹੜੀ ਗੱਲ ਤੋਂ ਚੱਕ ਰਹੇ ਹੋ? ਨਾ ਤੁਹਾਡਾ ਕੈਪੀਟਲ ਐਕਸਪੈਂਡੀਚਰ ਵਧਿਆ ਪ੍ਰਪੋਰਸ਼ਨੇਟਲੀ। ਸਿਰਫ ਜੇ ਤੁਸੀਂ ਤਨਖਾਹਾਂ ਦੇਣ ਵਾਸਤੇ, ਪੈਨਸ਼ਨਾਂ ਦੇਣ ਵਾਸਤੇ ਕਰਜ਼ੇ ਚੱਕ ਰਹੇ ਹੋ ਤੇ ਫਿਰ ਇਹ ਗੱਲ ਕਿੱਧਰ ਜਾ ਰਹੀ ਹੈ ਸਾਰੀ? ਕਿ ਕਿਸੇ ਪ੍ਰੋਡਕਟਿਵ ਕੰਮ ਵਾਸਤੇ ਪੈਸਾ ਚੱਕਿਆ ਗਿਆ ਜਾਂ ਫ੍ਰੀਬੀਜ਼ ਵਾਸਤੇ ਪੈਸਾ ਚੱਕਿਆ ਗਿਆ? ਚੋਇਸ ਇਹ ਸੀਗੀ ਜੀ। ਸਰਕਾਰਾਂ ਫ੍ਰੀ ਦਿੰਦੀਆਂ ਰਹੀਆਂ ਸਭ ਕੁਝ, ਕੰਪੀਟੀਸ਼ਨ ਹੋ ਗਿਆ। 2017 ਦੇ ਵਿੱਚ ਆ ਕੇ ਅਮਰਿੰਦਰ ਸਰਕਾਰ ਨੇ ਕਿਹਾ ਸੀ ਅਸੀਂ ਵਾਈਟ ਪੇਪਰ ਇਸ਼ੂ ਕਰਾਂਗੇ ਦੋ ਗੱਲਾਂ ਤੇ। ਇੱਕ ਤਾਂ ਸੀ ਫਾਈਨਾਂਸ ਸਿਚੁਏਸ਼ਨ, ਦੂਸਰਾ ਪਾਵਰ ਐਗਰੀਮੈਂਟਸ। ਦੋਵਾਂ ਵਿੱਚੋਂ ਕੁਝ ਨਹੀਂ ਨਿਕਲਿਆ, ਰਾਦਰ ਕਰਜ਼ਾ ਵੱਧਦਾ ਚਲਿਆ ਗਿਆ ਜੀ। ਹੁਣ ਮੈਂ ਅੱਜ ਜਿਹੜਾ ਬਿਆਨ ਪੜ੍ਹਿਆ ਹਰਪਾਲ ਚੀਮਾ ਹੋਰਾਂ ਦਾ, ਉਹ ਬਹੁਤ ਇੰਟਰਸਟਿੰਗ ਹੈ। ਉਹ ਕੁਝ ਗੱਲਾਂ ਆਪਣੇ ਆਪ ਹੀ ਮੰਨ ਗਏ। ਉਹ ਕਹਿੰਦੇ ਵੀ ਅਸੀਂ ਜਿਹੜਾ ਆਲਰੇਡੀ ਕਰਜ਼ਾ ਚੜਿਆ ਹੋਇਆ ਉਹ ਮੋੜਨ ਵਾਸਤੇ ਹੋਰ ਕਰਜ਼ਾ ਲੈ ਰਹੇ। ਬਿਲਕੁਲ ਠੀਕ ਹੈ। ਇਹ ਜਿਹੜਾ ਭੁੱਲ ਗਏ ਜਾਂ ਦੱਸਣਾ ਭੁੱਲ ਗਏ ਕਿ ਇਹਨੂੰ ਡੈਟ ਟ੍ਰੈਪ ਕਹਿੰਦੇ ਆ। ਜਦੋਂ ਆਲਰੇਡੀ ਕਰਜ਼ਾ ਲੈਣ ਵਾਸਤੇ ਹੋਰ ਕਰਜ਼ਾ ਲੈਣਾ ਪੈ ਜਾਏ, ਡੈਟ ਟ੍ਰੈਪ ਦੇ ਵਿੱਚ ਸਟੇਟ ਫਸ ਗਈ। ਤੁਸੀਂ ਦੱਸੋ ਵੀ ਇਹ ਚੋਂ ਕੱਢਣਾ ਕਿਵੇਂ ਸਟੇਟ ਨੂੰ? ਇਹ ਤਾਂ ਦਿਵਾਲੀਆ ਪਾਉਣ ਵਾਲੇ ਪਾਸੇ ਜਾ ਰਹੇ ਹੈ। ਤੁਸੀਂ ਕਿੰਨਾ ਕਰਜ਼ਾ ਪਹਿਲੇ ਵਾਲੇ ਕਰਜ਼ੇ ਨੂੰ ਮੋੜਨ ਵਾਸਤੇ ਲਓਗੇ, ਔਰ ਤੁਸੀਂ ਜੋ ਕੁਝ ਫ੍ਰੀ ਹੋਣ ਦੇ ਰਹੇ ਹੋ ਉਹਦੀ ਰਿਸੋਰਸ ਮੋਬਿਲਾਈਜੇਸ਼ਨ ਕੀ ਹੈ? ਟਰਾਂਸਪੇਰੈਂਸੀ ਲੈ ਕੇ ਆਓ। ਤੁਸੀਂ ਖੁਦ ਹੀ ਮੰਨ ਰਹੇ ਹੋ ਕਿ ਡੈਟ ਟ੍ਰੈਪ ਹੈ। ਮੈਂ ਨਹੀਂ ਕਹਿ ਰਿਹਾ, ਇਹ ਮੰਨ ਰਹੇ ਆ ਬਿਨਾਂ ਇਹ ਲਫ਼ਜ਼ ਵਰਤਿਆ ਕਿ ਪੰਜਾਬ ਡੈਟ ਟ੍ਰੈਪ ਦੇ ਵਿੱਚ ਆ ਚੁੱਕਿਆ ਹੈ। ਇਹਦਾ ਹੀ ਡਰ ਸੀ।
ਕਿ ਡੈਟ ਟ੍ਰੈਪ ਦੇ ਵਿੱਚ ਜੇ ਪੰਜਾਬ ਚਲਾ ਗਿਆ ਫਿਰ ਸਿਚੁਏਸ਼ਨ ਬਹੁਤ ਸੀਰੀਅਸ ਹੋ ਜਾਣੀ ਹੈ। ਕੀ ਹੁਣ ਰਿਸੋਰਸ ਮੋਬਿਲਾਈਜੇਸ਼ਨ ਵੱਲ ਇਹ ਸਟੇਟ ਵਧੇਗੀ? ਇਸ਼ੂ ਬੜੇ ਵੱਡੇ ਹੈਗੇ ਆ, ਗੱਲ ਛੋਟੀ ਨਹੀਂ ਹੈ। ਪੰਜਾਬ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਸਾਹਮਣੇ ਇਸ ਵੇਲੇ ਹੈ ਇਸ ਸਰਕਾਰ ਜੀ। ਸਰਦਾਰ ਹਰਮੀਤ ਸਿੰਘ ਜੀ, ਇਹਦੇ ਵਿੱਚ ਦੋ ਪਹਿਲੂ ਬੜੇ ਅਹਿਮ ਆ। ਇੱਕ ਤਾਂ ਇਹ ਕਿ ਤੁਸੀਂ ਜਦੋਂ 20,000 ਕਰੋੜ ਰੁਪਇਆ ਬਿਜਲੀ ਬੋਰਡ ਨੂੰ ਜਾਂ PSPCL ਨੂੰ ਦੇਣ ਦੇ ਮੌਕੇ ਤੇ ਬਾਹਾਂ ਉਲਾਰ ਕੇ ਆਪਣੀ ਪ੍ਰਾਪਤੀ ਦੱਸਦੇ ਹੋ ਕਿ ਪਹਿਲੀ ਵਾਰੀ PSPCL ਨੂੰ ਸਮੇਂ ਸਿਰ ਪੂਰੇ ਪੈਸੇ ਸਬਸਿਡੀ ਦੇ ਦਿੱਤੇ ਗਏ, ਤਾਂ ਉਦੋਂ 50,000 ਦੇ ਕਰਜ਼ੇ ਦਾ ਦੁੱਖ ਥੋੜਾ ਹੋਰ ਵੱਡਾ ਹੋ ਜਾਂਦਾ। ਅਸੀਂ ਉਹ ਪੈਸੇ ਜਿਹੜੇ ਲੋਕ, ਮੇਰਾ ਨਹੀਂ ਖਿਆਲ ਕੋਈ ਮਨਾ ਕਰਨ ਵਾਲਾ ਸੀ, ਕੋਈ ਐਜੀਟੇਸ਼ਨ ਹੋਣ ਵਾਲੀ ਸੀ ਕਿ ਤੁਸੀਂ ਸਾਡਾ 600 ਨਹੀਂ ਮਾਫ ਕੀਤਾ, ਹੁਣ ਵੀ ਤਾਂ ਉਹ 1000 ਰੁਪਏ ਦਾ ਜ਼ਿਕਰ ਹੁੰਦਾ ਹੀ ਆ। ਸੋ ਸਭ ਤੋਂ ਅਹਿਮ ਸਵਾਲ ਇਸ ਵੇਲੇ ਦਾ ਹੈ ਕਿ ਤੁਸੀਂ ਪੈਸੇ ਜੇਕਰ ਇਸ ਤਰ੍ਹਾਂ ਹੀ ਦਿੱਤੇ ਆ, ਇਹਦਾ ਮਤਲਬ ਗਵਰਨਰ ਸਾਹਿਬ ਨੇ ਜਿਹੜਾ ਸਵਾਲ ਉਠਾਇਆ, ਠੀਕ ਹੈ ਉਹ ਸਿਆਸਤ ਤੋਂ ਪ੍ਰੇਰਿਤ ਆ, ਉਹਨਾਂ ਨੂੰ ਨਹੀਂ ਪੁੱਛਣਾ ਚਾਹੀਦਾ, ਇੱਕ ਪਹਿਲੂ ਆ। ਲੇਕਿਨ ਜੇ ਪੁੱਛਿਆ ਗਿਆ ਤਾਂ ਹਾਂ ਵੀ ਤੁਸੀਂ ਵਰਤੋਂ ਕੀ ਕਰ ਰਹੇ ਹੋ? ਜੇ ਤਾਂ ਬਹੁਤ ਬਿਹਤਰੀ ਲਈ, ਇਨਫਰਾਸਟ੍ਰਕਚਰ ਲਈ, ਜਾਂ ਜਿੱਥੋਂ ਆਊਟਪੁੱਟ ਹੈ ਜਾਂ ਵੈਲਫੇਅਰ ਲਈ ਕਰ ਰਹੇ ਹੋ, ਤਾਂ ਉਹ ਇੱਕ ਅਲੱਗ ਇਸ਼ੂ ਆ, ਨੰਬਰ 1। ਨੰਬਰ 2, ਇਹਦੇ ਵਿੱਚ ਇਹ ਵੀ ਅਹਿਮ ਸਵਾਲ ਇਸ ਵੇਲੇ ਦਾ ਹੈ ਕਿ ਤੁਸੀਂ ਕੱਲ ਨੂੰ RDF ਦੇ ਰੂਰਲ ਡਿਵੈਲਪਮੈਂਟ ਫੰਡ ਦੇ ਉੱਤੇ ਸੁਪਰੀਮ ਕੋਰਟ 'ਚ ਲੜਨ ਚੱਲੇ ਹੋ। ਤੁਹਾਨੂੰ ਉੱਥੇ ਜਾ ਕੇ 5,000 ਕਰੋੜ ਲਈ, 3,500 ਕਰੋੜ ਲਈ, ਪਹਿਲਾਂ ਹੁਣ 5 ਕਹਿ ਰਹੇ 5500, ਉਹਦੇ ਲਈ ਲੜਨਾ ਹੈ। ਪਰਸੋਂ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਨੇ ਆਉਣਾ ਕਿ ਉਹਦੇ ਲਈ ਸਾਰਾ ਹੋਮਵਰਕ ਰੈਡੀ ਕੀਤਾ ਹੈ। ਜੇਕਰ ਤੁਸੀਂ ਮੰਨ ਲਓ ਕਿ ਬੜਾ ਤਰਕਸੰਗਤ ਤਰੀਕੇ ਨਾਲ ਚੱਲ ਰਹੇ ਹੋਵੋ, ਤਾਂ ਫਿਰ ਤੁਸੀਂ ਕੇਂਦਰ ਅੱਗੇ ਰੱਖ ਸਕਦੇ ਹੋ ਕਿ ਅਸੀਂ ਇਹ ਸਾਡੀਆਂ ਪਹਿਲੀਆਂ ਗਲਤੀਆਂ, 31,000 ਕਰੋੜ ਦਾ, ਇਹ ਬਾਕੀ ਸਾਰੇ ਮਾਮਲੇ ਜ਼ੋਰਦਾਰ ਤਰੀਕੇ ਨਾਲ ਉਠਾਉਣ ਦੇ ਸਮਰੱਥ ਹੋ ਜਾਂਦੇ ਹੋ। ਤੁਸੀਂ ਸਾਰੇ ਮਾਮਲੇ ਨੂੰ ਸਮਝਿਆ ਕਿਵੇਂ? ਇਹ ਕਈ ਪਹਿਲੂ ਹੋਣਗੇ ਦੇ, ਔਰ ਤੁਹਾਡੀ ਨਜ਼ਰ ਬਣੀ ਹੋਊਗੀ ਇਹਨਾਂ ਚੀਜ਼ਾਂ ਦੇ ਉੱਤੇ। ਤੁਸੀਂ ਇਹਨੂੰ ਕਿਵੇਂ ਸਮਝਿਆ? ਇਹਨੂੰ ਐਡਰੈਸ ਕਿਵੇਂ ਕਰਨਾ ਚਾਹੀਦਾ ਸੀ, ਕਿਵੇਂ ਕੀਤਾ ਗਿਆ? ਪਹਿਲੀ ਗੱਲ ਤਾਂ ਇਹ ਕਿ ਇੰਨੇ ਕਰਜ਼ੇ ਲੈਣ ਦੀ ਲੋੜ ਸੀ, ਇੰਨੀਆਂ ਫ੍ਰੀ ਬੀਜ਼ ਦੇਣ ਦੀ ਲੋੜ ਸੀ, ਔਰ ਇਸ ਤੋਂ ਬਾਅਦ ਕੀ ਜਿਹੜਾ ਹੁਣ ਸਥਿਤੀ ਬਣੀ, ਇਹਨੂੰ ਹੈਂਡਲ ਕਿਵੇਂ ਕਰਨੇ, ਹੁਣ ਇਹਨੂੰ ਕਿਵੇਂ ਐਡਰੈਸ ਕਰਨੇ? ਪਹਿਲੀ ਤਾਂ ਇੱਕ ਚੰਗੀ ਗੱਲ ਹੈ ਕਿ ਜਿਹੜੀ ਗਵਰਨਰ ਸਾਹਿਬ ਦੇ ਕਹਿਣ ਤੇ ਹੀ ਸਹੀ, ਚਾਹੇ ਉਹ ਉਲਟੇ ਰੂਟ ਆਈ ਹੈ, ਪਰ ਆਰਥਿਕ ਮੁੱਦਿਆਂ ਤੇ ਚਰਚਾ ਹੋਣਾ ਪੰਜਾਬ ਲਈ ਇੱਕ ਚੰਗਾ ਸ਼ਗਨ ਹੈ ਮੇਰੇ ਖਿਆਲ ਹੈ। ਨਹੀਂ ਤਾਂ ਇਧਰ ਉਧਰਲੇ ਟਰਪਲਬਾਜੀ, ਚੁਟਕਲੇਬਾਜੀ, ਕਹਾਣੀਆਂ ਸੁਣਾ ਕੇ ਕੰਮ ਜਿਹੜਾ ਚੱਲਦਾ ਨਾ, ਉਹ ਬਹੁਤਾ ਲੋਕਾਂ ਦੇ ਹਿੱਤ 'ਚ ਨਹੀਂ ਹੁੰਦਾ। ਔਰ ਜੇਕਰ ਇਹ ਕਰਜ਼ਾ ਜਿਹੜਾ ਪਹਿਲਾਂ 3 ਲੱਖ ਕਰੋੜ ਤੋਂ ਜ਼ਿਆਦਾ ਦਾ ਹੋ ਚੁੱਕਿਆ ਹੈ, ਔਰ ਜਿਹੜਾ ਪਿਛਲੇ 90-92 ਤੋਂ ਬਾਅਦ ਘੱਟੋ ਘੱਟ ਲਗਾਤਾਰ ਦੇਖਿਆ ਜਾ ਰਿਹਾ ਕਿ ਕਰਜ਼ਾ ਮਤਲਬ ਸਾਡੇ ਸਿਰ ਚੜ ਰਿਹਾ ਹੈ, ਜਿਹੜਾ ਉਤਰ ਨਹੀਂ ਰਿਹਾ ਉਸ ਪੱਧਰ ਦੇ ਉੱਤੇ। ਔਰ ਹੁਣ ਚੱਲਦੇ ਚੱਲਦੇ ਜੇ ਇਹ ਰੇਸ਼ੋ ਰਹਿੰਦੀ ਹੈ, ਬਹੁਤ ਖਤਰਨਾਕ ਹੈ। ਜੇਕਰ ਜਿੱਦਾਂ ਲਿਆ ਜਾ ਰਿਹਾ ਅਨੁਪਾਤ, ਉਹਦੇ ਰੀਜਨ ਕੀ ਨੇ? ਉਹਦੇ ਕਾਰਨ ਇਹ ਨੇ ਕਿ ਜਿਹੜਾ ਕਹਿ ਕੇ ਆਮ ਆਦਮੀ ਪਾਰਟੀ ਆਈ ਸੀ ਕਿ ਇੱਥੋਂ ਸਾਡਾ ਕਰਜ਼ੇ ਦੇ ਚਾਂਸ ਨੇ, ਅਸੀਂ ਫੈਸਲਾ ਕੀਤਾ ਹੋਇਆ, ਮਾਈਨਿੰਗ ਚੋਂ ਪੈਸਾ ਆਇਆ ਨਹੀਂ, ਉਹ ਇਹਨਾਂ ਨੇ ਕੀਤਾ ਹੋਇਆ ਸੀ। ਪਾਵਰ ਸਮਝੌਤੇ ਰੱਦ ਕਰਕੇ ਅਸੀਂ ਉੱਥੋਂ ਬਚਾ ਲਾਂਗੇ, ਅਸੀਂ ਫਲਾਨੀ ਸਸਤੀ ਬਿਜਲੀ ਫਲਾਨੇ ਤੋਂ ਲਵਾਂਗੇ, ਉਹਦੇ ਚੋਂ ਨਹੀਂ ਹੋਇਆ। ਐਕਸਾਈਜ਼ ਪਾਲਿਸੀ ਇਹਨਾਂ ਨੇ ਕਿਹਾ ਸੀ ਇਹਦੇ ਚੋਂ ਸਾਨੂੰ ਇੰਨਾ ਪੈਸਾ ਬਚੂਗਾ, ਉਹ ਨਹੀਂ ਸਾਡੇ ਸਾਹਮਣੇ ਆਇਆ। ਤੇ ਇਹਦੇ ਤੋਂ ਇਲਾਵਾ ਪੈਸੇ ਖੜੇ ਕਿੰਨੇ ਨੇ? ਇਹਨਾਂ ਦੇ ਆਉਣ ਤੋਂ ਬਾਅਦ GST ਦਾ ਜਿਹੜਾ ਘਾਟਾ ਸੀ ਕਿ ਜੇ ਤੁਸੀਂ ਇੱਕ ਖਾਸ ਰੇਂਜ ਤੋਂ ਘੱਟ ਉਹ ਕਰਦੇ ਹੋ, ਜਿਹੜਾ ਗਵਰਨਮੈਂਟ ਆਫ ਇੰਡੀਆ ਤੋਂ ਆਉਂਦਾ ਸੀ, ਉਹ ਬੰਦ ਹੋ ਚੁੱਕਿਆ। ਉਹ ਸਾਰੀਆਂ ਸਟੇਟਾਂ ਨੂੰ ਹੈ, ਸਾਨੂੰ ਵੀ ਬੰਦ ਹੋ ਚੁੱਕਿਆ, ਬਲਕਿ ਪਿਛਲਾ ਬਕਾਇਆ ਅਜੇ ਖੜਾ ਹੈ। ਦੂਸਰੀ ਗੱਲ, ਤੁਸੀਂ ਇੱਕ ਨਵਾਂ ਪੰਗਾ ਲੈ ਲਿਆ ਤੁਸੀਂ ਮੁਹੱਲਾ ਕਲੀਨਿਕਾਂ ਦਾ, ਡਿਸਪੈਂਸਰੀਆਂ ਬੰਦ ਕਰਕੇ ਸਿਵਲ ਹਸਪਤਾਲ ਤੋਂ 100 ਕਿਲੋਮੀਟਰ ਦੂਰ ਤੁਸੀਂ ਮੁਹੱਲਾ ਕਲੀਨਿਕ ਖੋਲ ਰਹੇ ਹੋ। 1 ਅਪ੍ਰੈਲ ਤੋਂ ਲੈ ਕੇ NHM ਦਾ ਟੋਟਲ ਪੈਸਾ ਬੰਦ ਹੈ, ਸਾਡੇ ਨਹੀਂ ਆ ਰਿਹਾ ਬਿਲਕੁਲ ਪੈਸਾ। ਉਹਦੇ ਨਾਲ ਨਾ ਕੇਵਲ ਸਹੂਲਤਾਂ ਪ੍ਰਾਪਤ ਹੋ ਰਹੀਆਂ ਨੇ, ਜਾਂ ਤਾਂ ਤੁਹਾਡੇ ਕੋਲ ਇੰਨਾ ਪੈਸਾ ਹੋਵੇ ਡੰਪ ਕਰਕੇ ਤੁਸੀਂ ਕਰੋ। ਸੱਪ ਦੇ ਕੱਟੇ ਦੇ ਇਲਾਜ ਨਹੀਂ ਹੈ ਹਸਪਤਾਲ ਦੇ ਵਿੱਚ ਪਿਆ ਹੋਇਆ। ਔਰ ਇਸੇ ਕਰਕੇ ਜਿਹੜੀਆਂ ਤੁਸੀਂ ਇਹ ਜਿੱਦਾਂ ਨੇ ਨਾ ਤੁਹਾਡੀਆਂ, ਤੇ ਇਸੇ ਢੰਗ ਨਾਲ ਹੁਣ ਫਿਰ ਤੁਸੀਂ ਨਵਾਂ ਕਰ ਲਿਆ ਸਕੂਲ ਆਫ ਐਮੀਨੈਂਸ। ਉਹ ਸਕੂਲ ਆਫ ਐਮੀਨੈਂਸ ਨੂੰ ਪੈਸੇ ਸਰਵ ਸਿੱਖਿਆ ਅਭਿਆਨ ਤੇ ਬਾਕੀ ਸਿੱਖਿਆ 'ਚ ਨਹੀਂ ਦੇ ਰਹੇ ਉਸ ਪੱਧਰ ਦੇ ਉੱਤੇ, ਤਾਂ ਫਿਰ ਉਹ ਕਿਹਦਾ ਪੈਸਾ ਚੱਕ ਕੇ ਕਿੱਥੇ ਲਾਓਗੇ? ਜਿਹੜਾ ਇੱਕ ਅੜੀ ਹੈ ਨਾ, ਤੁਸੀਂ ਉਹ ਕਹਿੰਦੇ ਹੋ ਵੀ ਸਾਡਾ ਕੋਈ ਨਹੀਂ, ਅਸੀਂ ਗਵਰਨਮੈਂਟ ਆਫ ਇੰਡੀਆ ਨਾਲ ਫੈਡਰਲ ਸਟਰਕਚਰ ਦੇ ਵਿੱਚ ਮਨਮਾਨੀ ਨਹੀਂ ਚੱਲਦੀ। ਤੁਹਾਨੂੰ ਆਪਸਦਾਰੀ 'ਚ ਵੀ ਕਰਨੀਆਂ ਪੈਂਦੀਆਂ ਨੇ, ਜਿਹੜੀਆਂ ਸਕੀਮਾਂ ਲਾਗੂ ਕਰਨੀਆਂ ਪੈਂਦੀਆਂ ਨੇ ਆਪਦਾ ਸ਼ੇਅਰ ਪਾ ਕੇ। ਜੇ ਇਕੱਲੇ ਆਪਦਾ ਨਾਂ ਛਪਾਉਣਾ, ਆਪਦੀ ਫੋਟੋ ਲਾਉਣੀ ਹੈ, ਤਾਂ ਰੋਲ ਆਪਣੀਆਂ ਸਕੀਮਾਂ ਸ਼ੁਰੂ ਕਰਨੀਆਂ ਪੈਂਦੀਆਂ ਨੇ। ਉਹਦੇ ਨਾਲ ਵੀ ਪੈਸਾ ਸਕਵੀਜ ਹੋਇਆ ਇਹਨਾਂ ਦਾ, ਉਦੋਂ ਘਟਿਆ ਪੈਸਾ ਜਿਹੜਾ ਤੁਹਾਡੇ ਕੋਲ ਜਾਮ ਹੋ ਗਿਆ। ਫਿਰ ਰੂਰਲ ਡਿਵੈਲਪਮੈਂਟ ਫੰਡ ਦਾ ਤੁਸੀਂ ਨਹੀਂ ਉਸ ਲੈਵਲ ਤੇ ਕੀਤਾ, ਅੱਗੇ ਨੂੰ ਤੁਸੀਂ ਉਹਨੂੰ ਤੁਹਾਡੇ ਤੇ ਰੋਕ ਕੇ ਲਾਤੀ ਹੈ, ਤੇ ਹੁਣ ਜਿਹੜਾ ਤੁਹਾਡਾ 5,000 ਕਰੋੜ ਤੋਂ ਜ਼ਿਆਦਾ ਰੁਕਿਆ ਪਿਆ ਉਹ ਪਿਆ। ਤਾਂ ਫਿਰ ਕਰਜ਼ਾ ਨਹੀਂ ਲਓਗੇ ਤਾਂ ਕੀ ਲਓਗੇ? ਇਹਦਾ ਜਵਾਬ ਦੇਣਾ ਚਾਹੀਦਾ ਵੀ ਇਹ ਸਾਰੇ ਕੰਮ ਤੁਹਾਡੀ ਪਾਲਿਸੀ ਕਰਕੇ ਰੁਕੇ ਨੇ, ਤੁਹਾਡੇ ਐਟੀਟਿਊਡ ਕਰਕੇ ਬੰਦ ਹੋਏ ਨੇ। ਕੁਝ ਗਲਤੀਆਂ ਬਾਕੀਆਂ ਦੀਆਂ ਵੀ ਹੋਣਗੀਆਂ,
ਪਰ ਤੁਸੀਂ ਕੀ ਦਿਖਾਇਆ ਸਾਨੂੰ? ਪੱਤੇ। ਤੁਸੀਂ ਦਿਖਾਇਆ ਵੀ ਅਸੀਂ ਐਮਐਲਏ ਦੀ ਇੱਕ ਪੈਨਸ਼ਨ ਕਰਤੀ ਜੀ। ਕਿੰਨੇ ਪੈਸੇ ਬਚੇ ਜੀ ਉਹਦੇ ਚੋਂ? ਮੁੜ ਕੇ ਕੋਈ ਗੱਲ ਕੀਤੀ? ਕਹਿੰਦੇ ਵੀ ਬਹੁਤ ਪੈਸੇ ਬਚ ਰਹੇ ਨੇ, ਸਾਨੂੰ ਤਾਂ ਕੁਝ ਨਹੀਂ ਉਸ ਲੈਵਲ ਤੇ। ਉਹ ਨਾਲੇ ਤਾਂ ਐਮਐਲਏ ਨਾਰਾਜ਼, ਨਾ ਕੋਈ ਪੈਸੇ ਬਚੇ, ਤੇ ਨਾਲੇ ਐਮਐਲਏ ਤੁਰੇ ਫਿਰਦੇ ਨੇ ਉਹੀ ਗੱਲਾਂ ਕਰਦੇ ਜਿਹੜੇ ਬਾਕੀ ਦੇ ਕਰਦੇ ਸੀ ਕਿਸੇ ਨਾ ਕਿਸੇ ਰੂਪ ਚ। ਤੁਸੀਂ ਕਿਹੜੀਆਂ ਗੱਲਾਂ ਤੇ ਮਤਲਬ ਚੁਟਕੀਆਂ ਲੈਂਦੇ ਰਹੇ? ਅਸੀਂ ਇਹਦੇ ਚੋਂ ਬਚਾ ਲਿਆ। ਇਹਦੇ ਚੋਂ ਵੱਡੇ ਮਾਮਲਿਆਂ ਚ ਤੁਸੀਂ ਸਿਕਿਉਰਿਟੀ ਘਟਾਈ ਆਪਦੇ ਬੰਦਿਆਂ ਦੀ, ਡੀਜ਼ਲ ਪੈਟਰੋਲ ਦੇ ਖਰਚੇ ਬੰਦ ਕੀਤੇ, ਵਿਦੇਸ਼ ਦੇ ਗੇੜੇ, ਵਿਦੇਸ਼ ਦੇ ਇਲਾਜ ਤੇ ਖਰਚ ਘਟਾਏ। ਘਟਾਇਆ ਕੀ ਹੈ ਤੁਸੀਂ? ਜਾਂ ਤਾਂ ਬੈਲਟ ਟਾਈਟ ਕਰਦੇ ਹੋ, ਆਮਦਨ ਵਧਾਉਂਦੇ ਹੋ, ਦੋ ਹੀ ਚੀਜ਼ਾਂ ਨੇ। ਇਹ ਦੋਨੋਂ ਪਹਿਲੂਆਂ ਦੇ ਵਿੱਚ ਕੋਈ ਗੰਭੀਰਤਾ ਨਜ਼ਰ ਨਹੀਂ ਆ ਰਹੀ, ਸਗੋਂ ਤੁਸੀਂ ਵਧਾ ਰਹੇ ਹੋ ਐਡੇ ਐਡੇ ਕਾਫਲੇ ਸਿਕਿਉਰਿਟੀ ਦੇ, ਐਡੇ ਐਡੇ ਬਾਕੀ ਦੀਆਂ ਚੀਜ਼ਾਂ, ਇਲਾਜਾਂ ਤੇ ਆ ਸਾਰੇ ਸਾਡੇ ਸਾਹਮਣੇ ਆ ਰਿਹਾ। ਕੋਈ ਕਿਸੇ ਦਾ 20 ਲੱਖ, ਕਿਸੇ ਦਾ ਫਾਰਨ ਵਿੱਚ ਤੇ ਲੱਗ ਗਿਆ, ਕਿਸੇ ਦਾ ਕਿੰਨਾ ਲੱਗ ਗਿਆ, ਕਿਸੇ ਦਾ ਇਲਾਜ ਦਾ ਬਿੱਲ ਕਿੰਨਾ ਬਣ ਗਿਆ। ਐਡੀ ਗੰਭੀਰ ਬਿਮਾਰੀਆਂ ਕਿੱਥੋਂ? ਕਿਉਂਕਿ ਤੁਸੀਂ ਕਰਾਉਂਦੇ ਹੀ ਬਹੁਤ ਬੜੇ ਮਹਿੰਗੇ ਹਸਪਤਾਲਾਂ 'ਚ ਜਾ ਕੇ ਹੋ, ਤੇ ਤੁਸੀਂ ਨਾਰਮਲ ਉਹ ਤੁਸੀਂ ਸਾਰੇ ਲੋਕਾਂ ਨੇ ਮੁਹੱਲਾ ਕਲੀਨਿਕ ਖੋਲਤੇ ਨੇ ਸਾਰੇ ਇਲਾਜ ਦੇ ਵਾਸਤੇ। ਆਪ ਵੀ ਉੱਥੇ ਜਾਓ, ਉੱਥੇ ਕੁਛ ਨਾ ਕੁਛ ਕਰੋ। ਤੇ ਇਹ ਸਾਰੀਆਂ ਚੀਜ਼ਾਂ ਲੋਕ ਪੁੱਛਣਗੇ। ਤੁਸੀਂ 3 ਕਰੋੜ ਨਾ ਗਵਰਨਰ ਨੂੰ ਦੱਸੋ, 3 ਕਰੋੜ ਲੋਕ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਨੇ ਕਿ ਇਹਦਾ ਜਵਾਬ ਲੋਕਾਂ ਦੀ ਕਚਹਿਰੀ 'ਚ ਜ਼ਰੂਰ ਦਿੱਤਾ ਜਾਏ। ਗਵਰਨਰ ਨੂੰ ਦੇਣਾ ਨਾ ਦੇਣਾ, ਕਿਉਂਕਿ ਪੰਜਾਬ ਦੇ ਲੋਕਾਂ ਦੀ ਹੋਂਦ ਦੀ ਕਹਾਣੀ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ ਜੀ। ਸ਼ੁਕਰੀਆ।